हेलो सत श्री अकाल जी। मेरा नाम रुमीना संधा है। मैं पंजाबी कम्युनिटी हैल्थ सर्विसेज विच सैटलमेंट काउंसलर का काम करती हाँ। अज असी तुहाडे कोल वैबीनार लैके आए हैं लाइफ इन कैनेडा विच। मेरे नाल हैगे ने मेरे कोलीग पलविंदर कालो जी, वो भी सैटलमेंट काउंसलर का काम करते हैं सैटलमेंट प्रोग्राम दे विच पंजाबी कम्युनिटी हैल्थ सर्विसेज विच। ਤੇ ਅਸੀਂ ਲੋਕੇਟਡ ਹੈਗੇ ਆ ਬਰੈਂਪਟਨ ਦੀ ਲੋਕੇਸ਼ਨ, ਜਿੱਥੇ ਕਿ ਕਾਫੀ ਸਾਰੇ ਇਮੀਗ੍ਰੈਂਟਸ ਆ ਕੇ ਸੈਟਲ ਹੁੰਦੇ ਨੇ। ਤੇ ਅੱਜ ਅਸੀਂ ਲਾਈਫ ਇਨ ਕੈਨੇਡਾ ਬਾਰੇ ਗੱਲ ਕਰਾਂਗੇ। ਉਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਾਡੀ ਆਰਗੇਨਾਈਜੇਸ਼ਨ ਬਾਰੇ। ਜਿੱਦਾਂ ਕਿ ਮੈਂ ਕਿਹਾ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼, ਇਹ ਲੋਕੇਸ਼ਨ ਹੈਗੀ ਹੈ ਬਰੈਂਪਟਨ ਵਿੱਚ ਜਿੱਥੋਂ ਅਸੀਂ ਕੰਮ ਕਰਦੇ ਹਾਂ। ਇਹਦੀਆਂ ਹੋਰ ਵੀ ਲੋਕੇਸ਼ਨਸ ਹੈਗੀਆਂ ਨੇ ਓਨਟੇਰੀਓ ਦੇ ਵਿੱਚ, ਕਈ ਹਿੱਸਿਆਂ ਵਿੱਚ। ਤੇ ਉੱਥੇ ਅਸੀਂ ਲੋਕਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹਾਂ। ਕੁਛ ਵੀ ਹੋ ਜੇ, ਜਿੱਦਾਂ ਸੈਟਲਮੈਂਟ ਰਿਲੇਟਿਡ ਸਰਵਿਸਿਜ਼ ਹੋ ਜਾਣ, ਜਿਹਦੇ ਵਿੱਚ ਅਸੀਂ ਤੁਹਾਨੂੰ ਇਨਫੋਰਮੇਸ਼ਨ ਦਿੰਦੇ ਹਾਂ ਐਜੂਕੇਸ਼ਨ ਬਾਰੇ, ਇੰਪਲੋਇਮੈਂਟ ਬਾਰੇ। ਤੁਸੀਂ ਜਦੋਂ ਕੈਨੇਡਾ 'ਚ ਨਵੇਂ ਹੁੰਦੇ ਆ, ਤੁਹਾਨੂੰ ਕੀ ਕੀ ਕਰਨਾ ਚਾਹੀਦਾ ਆ, ਤੁਸੀਂ ਗਰੋਸਰੀ ਕਿੱਥੋਂ ਲੈਣੀ ਆ, ਬੈਂਕਿੰਗ ਕਿੱਦਾਂ ਕਰਨੀ ਆ, ਜਿਹੜੀਆਂ ਵੀ ਛੋਟੀਆਂ ਤੋਂ ਛੋਟੀਆਂ ਚੀਜ਼ਾਂ ਨੇ ਉਹ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਵਿੱਚ ਦੱਸਦੇ ਹਾਂ। ਸੈਟਲਮੈਂਟ ਪ੍ਰੋਗਰਾਮ ਦੇ ਇਲਾਵਾ ਸਾਡੇ ਆਰਗੇਨਾਈਜੇਸ਼ਨ ਵਿੱਚ ਹੋਰ ਵੀ ਕਾਫੀ ਪ੍ਰੋਗਰਾਮ ਹੈਗੇ ਨੇ, ਜਿੱਦਾਂ ਕਿ ਮੈਂਟਲ ਹੈਲਥ ਪ੍ਰੋਗਰਾਮ, ਐਡਿਕਸ਼ਨਸ ਐਂਡ ਸਬਸਟੈਂਸ ਅਬਿਊਜ਼ ਪ੍ਰੋਗਰਾਮ, ਵੂਮਨਸ ਵਾਸਤੇ ਸਾਡੇ ਕੋਲ ਕਾਉਂਸਲਿੰਗ ਹੈਗੀ ਹੈ, ਯੂਥ ਪ੍ਰੋਗਰਾਮ ਹੈਗੇ ਨੇ, ਜੀਰੀਆਟ੍ਰਿਕਸ ਪ੍ਰੋਗਰਾਮ ਹੈਗੇ ਆ, ਜਿਹਦੇ ਵਿੱਚ ਅਸੀਂ ਸੀਨੀਅਰਸ ਵਾਸਤੇ ਕਾਫੀ ਡਿਫਰੈਂਟ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਇਹਦੇ ਇਲਾਵਾ ਹੋਰ ਵੀ ਕਾਫੀ ਕੁਛ ਹੈਗਾ ਆ ਜਿਹਦੇ 'ਚ ਅਸੀਂ ਲੋਕ ਕਰਦੇ ਹਾਂ। ਸੋ ਹੁਣ ਆਪਾਂ ਪ੍ਰੈਜੈਂਟੇਸ਼ਨ ਸ਼ੁਰੂ ਕਰਦੇ ਹਾਂ। ਸੋ ਟੌਪਿਕ ਹੈਗਾ ਹੈ ਲਾਈਫ ਇਨ ਕੈਨੇਡਾ। ਇਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦਾ ਜਿਹੜਾ ਸਿਸਟਮ ਹੈ, ਲਾਈਫ ਸਟਾਈਲ ਹੈ, ਉਹ ਕਿੱਦਾਂ ਵਰਕ ਕਰਦਾ ਹੈ। ਇਹ ਬੇਸਿਕਲੀ ਉਹਨਾਂ ਲੋਕਾਂ ਵਾਸਤੇ ਹੈਗੀ ਹੈ ਜਿਹੜੇ ਕੈਨੇਡਾ ਵਿੱਚ ਆਉਣ ਦਾ ਪਲਾਨ ਕਰਦੇ ਪਏ ਆ, ਜਾਂ ਜਿਨ੍ਹਾਂ ਨੇ ਕੈਨੇਡਾ 'ਚ ਆਉਣ ਵਾਸਤੇ ਅਪਲਾਈ ਕੀਤਾ ਹੋਇਆ ਆ, ਵੀਜ਼ੇ ਦੀ ਵੇਟ ਕਰਦੇ ਆ, ਜਾਂ ਜੋ ਵੀ ਹੈਗਾ ਹੈ ਨਾ। ਸੋ ਇਹਦੇ ਵਿੱਚ ਅਸੀਂ ਸਾਰੀਆਂ ਉਹ ਚੀਜ਼ਾਂ ਕਵਰ ਕਰਾਂਗੇ ਜੋ ਕਿ ਇੱਕ ਨਿਊ ਇਮੀਗ੍ਰੈਂਟ ਨੂੰ ਪਤਾ ਹੋਣੀਆਂ ਚਾਹੀਦੀਆਂ ਹੈ। ਸੋ ਇੰਟਰੋਡਕਸ਼ਨ ਦੇ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਕੈਨੇਡਾ ਜਿਹੜੀ ਹੈਗੀ ਹੈ ਉਹ ਦੁਨੀਆ ਭਰ ਦੀ ਸੈਕੰਡ ਲਾਰਜੈਸਟ ਕੰਟਰੀ ਹੈਗੀ ਹੈ। ਕੈਨੇਡਾ ਦੇ ਵਿੱਚ 10 ਪ੍ਰੋਵਿੰਸ ਤੇ 3 ਟੈਰੀਟੋਰੀਜ਼ ਹੁੰਦੀਆਂ ਨੇ। ਸੋ ਪ੍ਰੋਵਿੰਸ ਤੇ ਟੈਰੀਟੋਰੀਜ਼ ਦਾ ਮਤਲਬ ਹੈਗਾ ਜਿੱਦਾਂ ਇੰਡੀਆ ਵਿੱਚ ਸਟੇਟਸ ਹੁੰਦੇ ਆ, ਆਪਣਾ ਪੰਜਾਬ ਹੋ ਗਿਆ, ਡਿਫਰੈਂਟ ਸਟੇਟਸ ਹੋ ਗਏ, ਹੈ ਨਾ। ਉੱਦਾਂ ਇੱਥੇ ਪ੍ਰੋਵਿੰਸ ਤੇ ਟੈਰੀਟੋਰੀਜ਼ ਨੂੰ ਮੰਨਿਆ ਜਾਂਦਾ ਆ। ਕੈਨੇਡਾ ਦੀ ਕੈਪੀਟਲ ਓਟਵਾ ਹੈਗੀ ਹੈ, ਜਿਹੜੀ ਕਿ ਓਨਟੇਰੀਓ ਵਿੱਚ ਹੀ ਸਿਚੁਏਟਡ ਹੈਗੀ ਆ। ਸੋ ਅਸੀਂ ਓਨਟੇਰੀਓ ਵਿੱਚ ਰਹਿੰਦੇ ਹਾਂ। ਬਰੈਂਪਟਨ ਦਾ ਜਿਹੜਾ ਸਿਟੀ ਆ ਉਹ ਵੀ ਓਨਟੇਰੀਓ ਦਾ ਹੀ ਸਿਟੀ ਹੈਗਾ ਹੈ। ਇੱਥੇ 2 ਮੇਨ ਲੈਂਗੁਏਜਸ ਬੋਲੀਆਂ ਜਾਂਦੀਆਂ ਨੇ, ਇੰਗਲਿਸ਼ ਅਤੇ ਫ੍ਰੈਂਚ। ਕੈਨੇਡਾ ਦਾ ਜਿਹੜਾ ਸਿੰਬਲ ਹੈਗਾ ਉਹ ਮੇਪਲ ਲੀਫ ਹੈਗਾ ਹੈ। ਜਿੱਦਾਂ ਕਿ ਤੁਸੀਂ ਰਾਈਟ ਸਾਈਡ ਤੇ ਪਿਕਚਰ ਦੇਖ ਰਹੇ ਆ ਲੀਫ ਦੀ, ਉਹਨੂੰ ਮੇਪਲ ਲੀਫ ਕਿਹਾ ਜਾਂਦਾ ਹੈ। ਕੈਨੇਡਾ ਦਾ ਜਿਹੜਾ ਫਲੈਗ ਹੈਗਾ ਉਹਦੇ ਉੱਪਰ ਇਹ ਮੇਪਲ ਲੀਫ ਦੀ ਲੋਗੋ ਹੁੰਦੀ ਹੈ, ਜਿਹੜਾ ਕਿ ਸਿੰਬਲਾਈਜ਼ ਕਰਦਾ ਹੈ ਕੈਨੇਡਾ ਨੂੰ। ਕੈਨੇਡਾ ਦੇ ਵਿੱਚ 4 ਸੀਜ਼ਨ ਹੁੰਦੇ ਨੇ, ਫਾਲ, ਵਿੰਟਰ, ਸਪਰਿੰਗ ਅਤੇ ਸਮਰ। ਕੈਨੇਡਾ ਵਿੱਚ ਇਕੁਐਲਿਟੀ ਨੂੰ ਬਹੁਤ ਜ਼ਿਆਦਾ ਮੰਨਿਆ ਜਾਂਦਾ ਹੈ, ਸਪੈਸ਼ਲੀ ਮੈਨ ਤੇ ਵੂਮਨ ਨੂੰ ਲੈ ਕੇ। ਇੱਥੇ ਵੂਮਨ ਅਤੇ ਮੈਨ ਨੂੰ ਇਕੁਅਲ ਸਮਝਿਆ ਜਾਂਦਾ ਹੈ, ਉਹਨਾਂ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਸਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਮੈਨਸ ਲਈ ਵੀ ਸੇਮ ਨੇ ਅਤੇ ਵੂਮਨ ਵਾਸਤੇ ਵੀ ਸੇਮ। ਸੋ ਇੱਥੇ ਮੈਂ ਥੋੜ੍ਹੀ ਜਿਹੀ ਤੁਹਾਨੂੰ ਬੈਕਗਰਾਊਂਡ ਹਿਸਟਰੀ ਦੱਸੂਗੀ ਕੈਨੇਡਾ ਬਾਰੇ। ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ, ਕੈਨੇਡਾ ਬਹੁਤ ਲਾਈਕ ਸੈਕੰਡ ਲਾਰਜੈਸਟ ਕੰਟਰੀ ਹੈਗੀ ਹੈ। ਇਹ ਵਰਲਡ ਦੇ ਵਿੱਚ ਕਾਫੀ ਮੰਨੀ ਜਾਂਦੀ ਹੈ। ਇਹਨੂੰ ਇੱਕ ਸਟਰੋਂਗ ਅਤੇ ਫ੍ਰੀ ਕੰਟਰੀ ਕਿਹਾ ਜਾਂਦਾ ਹੈ, ਕਿਉਂਕਿ ਇੱਥੇ ਤੁਸੀਂ ਆਪਣੇ ਓਪੀਨੀਅਨ ਬੇਝਿਜਕ ਦੱਸ ਸਕਦੇ ਆ, ਕੋਈ ਤੁਹਾਡੇ ਪਿੱਛੇ ਨਹੀਂ ਪੈ ਜਾਂਦਾ। ਲਾਈਕ ਤੁਹਾਡੇ ਕੋਲ ਫਰੀਡਮ ਹੈਗਾ ਹੈ, ਤੁਸੀਂ ਆਪਣਾ ਮਾਈਂਡ ਦੱਸ ਸਕਦੇ ਆ। ਸੋ ਇੱਥੇ ਦੀ ਜਿਹੜੀ ਐਸਟੈਬਲਿਸ਼ਮੈਂਟ ਕੀਤੀ ਸੀ ਉਹ 3 ਟਾਈਪ ਦੀਆਂ ਕਮਿਊਨਿਟੀਜ਼ ਨੇ ਕੀਤੀ ਸੀ, ਐਬੋਰੀਜਨਲ, ਫ੍ਰੈਂਚ ਅਤੇ ਬ੍ਰਿਟਿਸ਼। ਸੋ ਐਬੋਰੀਜਨਲ ਪੀਪਲ ਜਿਹੜੇ ਹੈਗੇ ਨੇ 65% ਉਹਨਾਂ ਦੀ ਜਿਹੜੀ ਪੋਪੂਲੇਸ਼ਨ ਹੈ ਉਹ ਫਰਸਟ ਨੇਸ਼ਨ ਹੈ, 30% ਮੀਟਿਸ ਹੈ, ਔਰ ਸੌਰੀ ਮੇਰੀ ਸਕਰੀਨ, sorry 1 second, can you go back Gunu? Something happened, sorry about that. Is this taking you forward or back? Go back to the second slide, I believe. This is going forward, you have to go back.
Yeah, it doesn't give me the option to go back. It's just going forward. Okay, give me 1 second. See, yeah, I can't go back now. Okay, here, 1 second. Now try it. Yeah, I can't. Sorry guys, sorry, technical difficulty aa gayi hai. Let us just work on this. Give us like few minutes. Gurnoor, I can't. Okay, Maybe don't have access to the control system, then I yeah, I can. stopped the access. Yeah, it's not letting me do it. You can't do it either? No, I can't go back. I can only go forward. Okay, go forward and then maybe it's gonna start again. Yeah. Go to the top. I think we were at second or third slide. Wait. Second slide this. Yeah, right. Number 4. So founding people. Yes. Okay. Thank you, Gurnoor. No problem. I'm just gonna see if it starts. Okay. Sorry guys, ਨਾਲ ਲੋਕਾਂ ਨੇ ਇੱਥੇ ਆਪਣੀ ਹੀ ਕਮਿਊਨਿਟੀ ਬਣਾਈ ਹੋਈ ਹੈ ਕੈਨੇਡਾ ਦੇ ਡਿਫਰੈਂਟ ਹਿੱਸਿਆਂ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦੇ ਆ ਫ੍ਰੈਂਚ ਸੈਟਲਰਸ। ਫ੍ਰੈਂਚ ਸੈਟਲਰਸ ਜਿਹੜੇ ਨੇ ਉਹ ਕੈਨੇਡਾ 'ਚ ਰਹਿ ਰਹੇ ਨੇ 1600 ਤੋਂ 1700 ਤੋਂ। ਵਾਈਲ ਜਿਹੜੇ ਇੰਗਲਿਸ਼ ਸਪੀਕਿੰਗ ਲੋਕ ਨੇ ਜਿਹੜੇ ਕਿ ਇੰਗਲੈਂਡ, ਵੇਲਸ, ਸਕਾਟਲੈਂਡ ਤੇ ਆਇਰਲੈਂਡ ਤੋਂ ਆਏ ਨੇ ਉਹ ਇੱਥੇ ਰਹਿ ਰਹੇ ਨੇ 17th ਤੇ 20th ਸੈਂਚੁਰੀ ਤੋਂ। ਪਿਛਲੇ 2000 ਸਾਲਾਂ ਤੋਂ ਕੈਨੇਡਾ ਦੇ ਵਿੱਚ ਕਾਫੀ ਲੋਕ ਡਿਫਰੈਂਟ ਐਥਨਿਕ ਬੈਕਗਰਾਉਂਡਸ ਤੋਂ ਆ ਕੇ ਸੈਟਲ ਹੋਏ ਨੇ। ਅੱਜ ਦੀ ਤਰੀਕ ਵਿੱਚ 20% ਕੈਨੇਡੀਅਨਸ ਜਿਹੜੇ ਕੈਨੇਡਾ ਵਿੱਚ ਰਹਿ ਰਹੇ ਨੇ ਉਹ ਕੈਨੇਡੀਅਨ ਬੋਰਨ ਨਹੀਂ ਹਨ। ਸੋ ਦੈਟ ਮੀਨਸ ਉਹ ਲੋਕ ਜਿਹੜੇ ਕੈਨੇਡਾ ਤੋਂ ਇੱਥੇ ਮੂਵ ਹੋਏ ਨੇ 20% ਪੋਪੂਲੇਸ਼ਨ ਉਹਨਾਂ ਦੀ ਹੈ ਜਿਹੜੇ ਕਿ ਇਮੀਗ੍ਰੈਂਟਸ ਨੇ। ਕੈਨੇਡਾ ਦੀਆਂ 2 ਮੇਨ ਲੈਂਗੁਏਜਸ ਜਿਹੜੀਆਂ ਇੱਥੇ ਬੋਲੀਆਂ ਜਾਂਦੀਆਂ ਹਨ ਉਹ ਨੇ ਇੰਗਲਿਸ਼ ਅਤੇ ਫ੍ਰੈਂਚ। ਬਾਈ ਲਾਅ ਫੈਡਰਲ ਗਵਰਨਮੈਂਟ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ ਉਹ 2 ਲੈਂਗੁਏਜਸ ਵਿੱਚ ਪ੍ਰੋਵਾਈਡ ਕਰਦੀ ਹੈ ਜਿਹੜੀ ਕਿ ਹੈ ਇੰਗਲਿਸ਼ ਐਂਡ ਫ੍ਰੈਂਚ। ਹੁਣ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਕੀ ਫੈਕਟਸ ਓਨਟੇਰੀਓ ਬਾਰੇ ਜਿਹੜੇ ਹੈਗੇ ਨੇ। ਸੋ ਆਲਮੋਸਟ ਓਨਟੇਰੀਓ ਦੀ ਜਿਹੜੀ ਹਾਫ ਆਫ ਪੋਪੂਲੇਸ਼ਨ ਹੈਗੀ ਹੈ ਉਹ ਇਮੀਗ੍ਰੈਂਟਸ ਦੀ ਹੈਗੀ ਹੈ ਔਰ ਉਹ ਓਨਟੇਰੀਓ ਨੂੰ ਆਪਣਾ ਘਰ ਇਸ ਲਈ ਬਣਾਉਣਾ ਪਸੰਦ ਕਰਦੇ ਹਨ ਬਿਕਾਜ਼ ਇੱਥੇ ਕਾਫੀ ਡਾਇਵਰਸ ਕਮਿਊਨਿਟੀ ਰਹਿੰਦੀ ਹੈ। ਓਨਟੇਰੀਓ 'ਚ ਜਿਹੜੇ ਲੋਕ ਰਹਿੰਦੇ ਨੇ ਉਹ ਡਿਫਰੈਂਟ ਕਲਚਰਸ, ਡਿਫਰੈਂਟ ਰਿਲੀਜੀਅਸ ਬੈਕਗਰਾਊਂਡ ਤੋਂ ਆ ਕੇ ਸੈਟਲ ਹੁੰਦੇ ਨੇ ਔਰ ਓਨਟੇਰੀਓ ਦੀ ਜਿਹੜੀ ਮੇਨ ਲੈਂਗੁਏਜ ਹੈਗੀ ਹੈ ਉਹ ਇੰਗਲਿਸ਼ ਹੈ। ਗਰਮੀਆਂ ਦੇ ਵਿੱਚ ਇੱਥੇ ਓਨਟੇਰੀਓ ਦਾ ਜਿਹੜਾ ਟੈਂਪਰੇਚਰ ਉਹ ਜ਼ਿਆਦਾ ਤੋਂ ਜ਼ਿਆਦਾ 30 ਡਿਗਰੀਜ਼ ਜਾਂ ਉਸ ਤੋਂ ਉੱਪਰ ਵੀ ਚਲੇ ਜਾਂਦਾ ਆ। ਵਿੰਟਰ ਦੇ ਵਿੱਚ ਇੱਥੇ ਜ਼ਿਆਦਾ ਤੋਂ ਜ਼ਿਆਦਾ ਬਿਲੋ ਜਿਹੜਾ ਟੈਂਪਰੇਚਰ ਉਹ -40 ਵਿੱਚ ਵੀ ਆ ਜਾਂਦਾ ਆ। ਐਲਗੋਨਕੁਇਨ ਪ੍ਰੋਵਿੰਸ਼ੀਅਲ ਪਾਰਕ ਜਿਹੜਾ ਹੈ ਉਹ ਓਨਟੇਰੀਓ ਦਾ ਸਭ ਤੋਂ ਵੱਡਾ ਅਤੇ ਪਹਿਲਾ ਪਾਰਕ ਹੈ ਜਿਹੜਾ ਕਿ ਬਣਿਆ ਸੀ 1893 ਦੇ ਵਿੱਚ। ਓਨਟੇਰੀਓ ਦੇ ਵਿੱਚ ਕਾਫੀ ਡਿਫਰੈਂਟ ਕਲਚਰਸ ਸੈਲੀਬ੍ਰੇਟ ਕੀਤੇ ਜਾਂਦੇ ਹਨ ਜਿੱਦਾਂ ਕਿ ਕੈਰੀਬੀਅਨ ਕਾਰਨੀਵਲ ਹੋ ਗਿਆ, ਅਕਤੂਬਰ ਫੈਸਟ ਹੋ ਗਿਆ, ਕੈਨੇਡੀਅਨ ਐਬੋਰੀਜਨਲ ਫੈਸਟੀਵਲ ਹੋ ਗਿਆ, ਈਵਨ ਕਿ ਦੀਵਾਲੀ ਵਰਗੇ ਫੈਸਟੀਵਲ ਵੀ ਇੱਥੇ ਕਾਫੀ ਵੱਡੇ ਪੱਧਰ ਤੇ ਮਨਾਏ ਜਾਂਦੇ ਹਨ। ਜਦੋਂ ਟਰੈਵਲਰਸ ਓਨਟੇਰੀਓ ਵਿੱਚ ਆਉਂਦੇ ਹਨ ਉਹਨਾਂ ਨੂੰ ਇੱਥੇ ਆ ਕੇ ਬੜਾ ਵਧੀਆ ਲੱਗਦਾ ਹੈ ਬਿਕਾਜ਼ ਇੱਥੇ ਇੱਕ ਤੇ ਤੁਸੀਂ ਵਾਈਲਡਨੈਸ ਨੂੰ ਵੀ ਐਕਸਪੀਰੀਅੰਸ ਕਰਦੇ ਆ, ਇੱਥੇ ਨੇਚਰ ਬਹੁਤ ਜ਼ਿਆਦਾ ਹੈ ਤੇ ਦੂਸਰਾ ਤੁਸੀਂ ਥੀਏਟ੍ਰਿਕਲ ਐਕਸਪੀਰੀਅੰਸ ਜਿਹੜਾ ਸਿਟੀ ਐਕਸਪੀਰੀਅੰਸ ਹੈ ਉਹਨੂੰ ਵੀ ਬਹੁਤ ਇੰਜੋਏ ਕਰਦੇ ਆ। ਸੋ ਤੁਹਾਨੂੰ ਦੋਨੋਂ ਚੀਜ਼ਾਂ ਓਨਟੇਰੀਓ ਦੇ ਵਿੱਚ ਦੇਖਣ ਨੂੰ ਮਿਲਦੀਆਂ ਹਨ। ਹੁਣ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਗਵਰਨਮੈਂਟ ਆਫ ਕੈਨੇਡਾ ਬਾਰੇ। ਕੈਨੇਡਾ ਦੇ ਵਿੱਚ 3 ਤਰ੍ਹਾਂ ਦੀਆਂ ਗਵਰਨਮੈਂਟਸ ਹੁੰਦੀਆਂ ਆ, ਫੈਡਰਲ ਗਵਰਨਮੈਂਟ, ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਗਵਰਨਮੈਂਟ ਅਤੇ ਮਿਊਨਿਸਿਪਲ ਗਵਰਨਮੈਂਟ। ਫੈਡਰਲ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੁੰਦੀ ਆ ਸਾਰੀ ਕੰਟਰੀ ਨੂੰ ਚਲਾਉਣਾ। ਸੋ ਉਹਨਾਂ ਦੀ ਰਿਸਪੌਂਸਿਬਿਲਿਟੀ ਆ ਜਾਂਦੀ ਆ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਹੋ ਗਈ, ਨੈਸ਼ਨਲ ਡਿਫੈਂਸ ਜਿਹੜੀ ਕਿ ਆਰਮੀ ਨੂੰ ਕਿਹਾ ਜਾਂਦਾ ਉਹ ਹੋ ਗਿਆ ਅਤੇ ਟ੍ਰੇਡਸ ਵਿਦ ਅਦਰ ਕੰਟਰੀਜ਼। ਅਦਰ ਕੰਟਰੀ ਦੇ ਨਾਲ ਕੋਈ ਉਹਨਾਂ ਨੇ ਸਲਾਹ ਮਸ਼ਵਰਾ ਜਾਂ ਕੁਝ
ਕਰਨਾ ਕੰਮ ਕਰਨਾ ਹੈ ਉਹਦੀ ਟੇਕ ਕੇਅਰ ਫੈਡਰਲ ਗਵਰਨਮੈਂਟ ਕਰਦੀ ਹੈ। ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਗਵਰਨਮੈਂਟ ਜਿਹੜੀ ਹੈਗੀ ਉਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਆ ਜਿਹੜੀ ਤੁਹਾਡੀ ਪ੍ਰੋਵਿੰਸ ਆ ਉਹਦਾ ਐਜੂਕੇਸ਼ਨ ਸਿਸਟਮ, ਹੈਲਥ ਸਿਸਟਮ ਤੇ ਉਹਦੇ ਹਾਈਵੇਜ਼ ਜਾਂ ਰੋਡਸ ਉਹਨਾਂ ਦੀ ਟੇਕ ਕੇਅਰ ਕਰਨਾ, ਉਹਨਾਂ ਤੇ ਡਿਸੀਜਨ ਬਣਾਉਣੇ। ਸੋ ਬਿਕਾਜ਼ ਓਨਟਾਰੀਓ ਪ੍ਰੋਵਿੰਸ ਹੈਗੀ ਆ, ਉਹ ਉਹਨਾਂ ਦੀ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਵੀ ਹੈਗੀ ਆ। ਉਸ ਤੋਂ ਬਾਅਦ ਆ ਜਾਂਦਾ ਹੈ ਮਿਊਨਿਸਪਲ ਗਵਰਨਮੈਂਟ, ਜਿਹੜੀ ਕਿ ਟੇਕ ਕੇਅਰ ਕਰਦੀ ਆ ਸਿਟੀਜ਼ ਐਂਡ ਟਾਊਨਸ ਨੂੰ। ਸੋ ਜਿੱਦਾਂ ਕਿ ਆਪਾਂ ਬਰੈਂਪਟਨ ਵਿੱਚ ਰਹਿੰਦੇ ਆ, ਰੀਜਨ ਆਫ ਪੀਲ ਜਿਹੜਾ ਉਹ ਰੀਜਨ ਆ ਬਰੈਂਪਟਨ ਦਾ, ਸੋ ਉਹਦੀ ਟੇਕ ਕੇਅਰ ਮਿਊਨਿਸਪਲ ਗਵਰਨਮੈਂਟ ਕਰਦੀ ਆ। ਇਹਦੇ ਅੰਡਰ ਇਹਨਾਂ ਦੀ ਰਿਸਪੌਂਸਿਬਿਲਿਟੀ ਹੁੰਦੀ ਆ ਫਾਇਰ ਫਾਈਟਿੰਗ ਹੋ ਗਈ, ਸਿਟੀ ਸਟਰੀਟਸ ਹੋ ਗਏ, ਲੋਕਲ ਕੋਈ ਵੀ ਇਸ਼ੂਜ਼ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕਰਨਾ। ਤੇ ਜੇ ਇੱਥੇ ਕੋਈ ਲੋਕਲ ਗਵਰਨਮੈਂਟ ਨਾ ਹੋਵੇ ਤੇ ਆਪਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨ ਵਾਸਤੇ ਵੀ ਇੰਨੀ ਜ਼ਿਆਦਾ ਸਪੋਰਟ ਨਹੀਂ ਮਿਲਦੀ। ਸੋ ਇਹ ਬਹੁਤ ਵਧੀਆ ਹੈ ਕਿ ਸਾਡੇ ਕੋਲ 3 ਤਰ੍ਹਾਂ ਦੀਆਂ ਗਵਰਨਮੈਂਟ ਹੈਗੀਆਂ ਜਿਹੜੀਆਂ ਆਪਣੇ ਆਪਣੇ ਲੈਵਲ ਤੇ ਆਪਣੀਆਂ ਰਿਸਪੌਂਸਿਬਿਲਿਟੀਜ਼ ਨੂੰ ਪੂਰੀਆਂ ਕਰਦੀਆਂ ਤੇ ਲੋਕਾਂ ਦੇ ਹੱਕਾਂ ਵਾਸਤੇ ਲੜਦੀਆਂ ਨੇ। ਅਰਾਈਵਲ ਚੈੱਕਲਿਸਟ, ਸੋ ਇਹ ਤੁਸੀਂ ਲਿਖ ਵੀ ਸਕਦੇ ਆ। ਇਹ ਚੈੱਕਲਿਸਟ ਬਹੁਤ ਜ਼ਰੂਰੀ ਹੁੰਦੀ ਹੈ, ਸਪੈਸ਼ਲੀ ਜਿਹੜੇ ਨਿਊ ਕਮਰ ਕੈਨੇਡਾ ਵਿੱਚ ਆਉਂਦੇ ਆ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਆ। ਸੋ ਸਭ ਤੋਂ ਪਹਿਲਾ ਕੰਮ ਤੇ ਹੁੰਦਾ ਹੈ ਕਿ ਤੁਸੀਂ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਬਣਵਾਓ। ਉਹ ਯੂਜਲੀ ਤੁਹਾਨੂੰ ਜਦੋਂ ਤੁਹਾਨੂੰ ਇਮੀਗ੍ਰੇਸ਼ਨ ਮਿਲਦੀ ਹੈ ਉਦੋਂ ਵੀ ਐਪਲੀਕੇਸ਼ਨ ਦੇ ਦਿੰਦੇ ਆ, ਨਹੀਂ ਤੇ ਤੁਸੀਂ ਕਿਸੇ ਵੀ ਸਰਵਿਸ ਕੈਨੇਡਾ ਜਾ ਕੇ ਸੋਸ਼ਲ ਇੰਸ਼ੋਰੈਂਸ ਨੰਬਰ ਦੀ ਐਪਲੀਕੇਸ਼ਨ ਭਰ ਕੇ ਸੋਸ਼ਲ ਇੰਸ਼ੋਰੈਂਸ ਨੰਬਰ ਲੈ ਸਕਦੇ ਆ। ਇਹਦੇ ਬਾਰੇ ਫਰਦਰ ਇਨਫੋਰਮੇਸ਼ਨ ਤੁਹਾਨੂੰ ਫਿਊਚਰ ਵਿੱਚ ਸਾਡੇ ਸੈਸ਼ਨਸ ਵਿੱਚ ਮਿਲੂਗੀ। ਤੁਸੀਂ ਕਿਸੇ ਵੀ ਨਿਊ ਕਮਰ ਸਰਵਿਸ ਸੈਂਟਰ ਨੂੰ ਜਿਹੜਾ ਤੁਹਾਡੇ ਨੇਬਰਹੁੱਡ 'ਚ ਲੱਗਦਾ ਆ ਉਹਨਾਂ ਨੂੰ ਮਿਲ ਸਕਦੇ ਆ। Excuse me. ਸੋ ਜਿਹੜੇ ਨਿਊ ਕਮਰ ਸੈਂਟਰ ਆ ਕਿ ਭੀਲ ਰੀਜਨ ਵਿੱਚ ਹੁੰਦੇ ਆ, ਉਹ ਤੁਹਾਨੂੰ ਫ੍ਰੀ 'ਚ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਤੇ ਤੁਹਾਡੀ ਹੈਲਪ ਕਰਦੇ ਆ ਕੋਈ ਵੀ ਤੁਸੀਂ ਇਨਫੋਰਮੇਸ਼ਨ ਲੈਣੀ ਹੋਵੇ। ਇਹਦੇ ਇਲਾਵਾ ਤੁਸੀਂ ਹੈਲਥ ਕਾਰਡ ਅਪਲਾਈ ਕਰ ਸਕਦੇ ਆ। ਹੈਲਥ ਕਾਰਡ ਵਾਸਤੇ ਤੁਹਾਨੂੰ ਐਟਲੀਸਟ 3 ਮਹੀਨੇ ਦੀ ਵੇਟ ਕਰਨੀ ਪੈਂਦੀ ਹੈ, ਬਟ ਜਦੋਂ ਤੁਸੀਂ ਲੈਂਡ ਹੁੰਦੇ ਆ, ਘਰ ਆਉਂਦੇ ਆ, ਤੁਸੀਂ ਉਦੋਂ ਵੀ ਐਪਲੀਕੇਸ਼ਨ ਭਰ ਕੇ ਦੇ ਸਕਦੇ ਆ। ਤੇ ਬਟ ਉਹਦਾ ਜਿਹੜਾ ਤੁਹਾਨੂੰ ਮਿਲੇਗਾ ਉਹ ਮਿਲੇਗਾ ਜਾ ਕੇ ਤੁਹਾਨੂੰ 3 ਮਹੀਨੇ ਬਾਅਦ। ਇਹਦੇ ਇਲਾਵਾ ਡਰਾਈਵਰਸ ਲਾਇਸੈਂਸ, ਜੇ ਤੁਸੀਂ ਤੁਹਾਡੇ ਕੋਲ ਪਿੱਛੋਂ ਡਰਾਈਵਿੰਗ ਦਾ ਐਕਸਪੀਰੀਅੰਸ ਹੈਗਾ, ਤੁਸੀਂ ਜੇ ਆਪਣਾ ਡਰਾਈਵਰਸ ਲਾਇਸੈਂਸ ਲੈ ਕੇ ਆਉਂਦੇ ਆ ਇੱਥੇ, ਤੁਸੀਂ ਕਿਸੇ ਡਰਾਈਵਰ ਇੰਸਟਰਕਟਰ ਨਾਲ ਕੰਸਲਟ ਕਰਕੇ ਤੁਸੀਂ ਆਪਣਾ ਡਰਾਈਵਰਸ ਲਾਇਸੈਂਸ ਵੀ ਅਪਗ੍ਰੇਡ ਕਰਵਾ ਸਕਦੇ ਆ। ਪਰ ਉਹਦੇ ਵਾਸਤੇ ਵੀ ਤੁਹਾਨੂੰ ਇੱਥੇ ਟੈਸਟ ਲਿਖਣੇ ਪੈਂਦੇ ਆ, ਤੁਹਾਨੂੰ ਥੋੜ੍ਹੀਆਂ ਕਲਾਸਾਂ ਲੈਣੀਆਂ ਪੈਂਦੀਆਂ ਤਾਂ ਕਿ ਤੁਹਾਨੂੰ ਜਿਹੜੇ ਰੋਡ ਰੂਲਸ ਐਂਡ ਰੈਗੂਲੇਸ਼ਨਸ ਆ ਉਹਨਾਂ ਦਾ ਪਤਾ ਲੱਗ ਸਕੇ। ਤੁਸੀਂ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਵੀ ਇੱਥੇ ਬਣਾਉਣੀ ਹੁੰਦੀ ਆ। ਬੈਂਕ ਅਕਾਊਂਟ ਹੋਣਾ ਬਹੁਤ ਜ਼ਰੂਰੀ ਹੈਗਾ ਕੈਨੇਡਾ ਦੇ ਵਿੱਚ, ਕਿਉਂਕਿ ਮੇਨਲੀ ਜਿਹੜਾ ਵੀ ਬੈਂਕ ਦਾ ਕੰਮ ਹੁੰਦਾ ਹੈ ਉਹ ਬੈਂਕ ਅਕਾਊਂਟ ਦੇ ਜ਼ਰੀਏ ਹੀ ਹੁੰਦਾ ਆ। ਇੱਥੇ 5 ਮੇਜਰ ਬੈਂਕ ਹੈਗੇ ਨੇ, ਜਿਹੜਾ ਕਿ ਬੈਂਕ ਆਫ ਮੌਂਟਰੀਅਲ, CIBC, ਰਾਇਲ ਬੈਂਕ ਆਫ ਕੈਨੇਡਾ, ਸਕੋਸ਼ੀਆ ਬੈਂਕ ਔਰ TD ਕੈਨੇਡਾ ਟਰਸਟ ਹੈਗਾ ਹੈ। ਤੁਸੀਂ ਇਹਨਾਂ ਨੂੰ ਗੂਗਲ 'ਚ ਪਾ ਕੇ ਸਰਚ ਕਰ ਸਕਦੇ ਆ, ਆਪਣਾ ਫਾਈਂਡ ਆਊਟ ਕਰ ਸਕਦੇ ਆ ਕਿ ਤੁਹਾਨੂੰ ਕਿਹੜਾ ਬੈਂਕ ਇੰਟਰਸਟ ਕਰਦਾ ਹੈ ਤੇ ਉਹਦੇ ਹਿਸਾਬ ਨਾਲ ਤੁਸੀਂ ਉਸ ਬੈਂਕ 'ਚ ਆਪਣਾ ਅਕਾਊਂਟ ਖੁਲਵਾ ਸਕਦੇ ਆ। ਚਾਈਲਡ ਟੈਕਸ ਬੈਨੀਫਿਟ ਵੀ ਇੱਕ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਜਿਨ੍ਹਾਂ ਬਾਰੇ ਕਈ ਇਮੀਗ੍ਰੈਂਟਸ ਨੂੰ ਨਹੀਂ ਪਤਾ ਹੁੰਦਾ। ਸੋ ਚਾਈਲਡ ਟੈਕਸ ਬੈਨੀਫਿਟ ਉਹਨਾਂ ਲੋਕਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਬੱਚਿਆਂ ਦੀ ਏਜ 18 ਸਾਲ ਤੋਂ ਥੱਲੇ ਹੁੰਦੀ ਹੈ। ਸੋ ਇਹ ਤੁਹਾਨੂੰ ਜਿਹੜਾ ਮਿਲਦਾ ਇਹ ਬੇਸਡ ਔਨ ਤੁਹਾਡੀ ਇਨਕਮ ਤੇ ਮਿਲਦਾ ਆ। ਸੈਟਲਮੈਂਟ ਸਰਵਿਸਿਜ਼, ਜੋ ਤੁਸੀਂ ਕੈਨੇਡਾ ਵਿੱਚ ਆਉਂਦੇ ਹੀ ਆ, ਤੁਹਾਨੂੰ ਇੰਨਾ ਪਤਾ ਨਹੀਂ ਹੁੰਦਾ, ਕਈਆਂ ਦੀਆਂ ਇੱਥੇ ਫੈਮਲੀਜ਼ ਜਾਂ ਫਰੈਂਡਸ ਹੁੰਦੀਆਂ ਜਿਹੜਾ ਥੋੜਾ ਗਾਈਡ ਕਰ ਦਿੰਦੇ ਆ, ਜਾਂ ਕਈ ਹੁੰਦੇ ਆ ਜਿਨ੍ਹਾਂ ਦਾ ਕੋਈ ਵੀ ਇੱਥੇ ਨਹੀਂ ਹੁੰਦਾ। ਸੋ ਇਹ ਬੈਸਟ ਹੁੰਦਾ ਹੈ ਕਿ ਤੁਸੀਂ ਫਾਈਂਡ ਆਊਟ ਕਰੋ ਕਿ ਤੁਹਾਡੇ ਏਰੀਆ ਵਿੱਚ ਜਿੱਥੇ ਤੁਸੀਂ ਰਹਿਣਾ ਆ ਉੱਥੇ ਕਮਿਊਨਿਟੀ ਆਰਗੇਨਾਈਜੇਸ਼ਨ ਕਿਹੜੀ ਆ ਜਿਹੜੀ ਕਿ ਸੈਟਲਮੈਂਟ ਸਰਵਿਸਿਜ਼ ਪ੍ਰੋਵਾਈਡ ਕਰਦੀ ਹੋਵੇ। ਸੈਟਲਮੈਂਟ ਸਰਵਿਸਿਜ਼ ਅਗੇਨ ਉਹ ਸਰਵਿਸਿਜ਼ ਹੁੰਦੀਆਂ ਵਾ ਜਿਹੜੇ ਨਿਊ ਇਮੀਗ੍ਰੈਂਟਸ ਨੂੰ ਹੈਲਪ ਕਰਦੀਆਂ ਆ ਕੈਨੇਡਾ ਵਿੱਚ ਉਹਨਾਂ ਦੀ ਸੈਟਲਮੈਂਟ ਵਾਸਤੇ। ਜਿਹੜੀਆਂ ਵੀ ਸਰਵਿਸਿਜ਼ ਸੈਟਲਮੈਂਟ ਏਜੰਸੀ ਪ੍ਰੋਵਾਈਡ ਕਰਦੀ ਆ ਉਹ ਕੌਨਫੀਡੈਂਸ਼ੀਅਲ ਰਹਿੰਦੀਆਂ ਆ, ਉਹਨਾਂ ਦੀ ਕੋਈ ਕਾਸਟ ਨਹੀਂ ਹੁੰਦੀ ਔਰ ਉਹ ਡਿਫਰੈਂਟ ਲੈਂਗੁਏਜਸ ਵਿੱਚ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਨੂੰ ਇਨਫੋਰਮੇਸ਼ਨ ਮਿਲ ਸਕਦੀ ਆ ਇੰਪਲੋਇਮੈਂਟ ਤੇ, ਹਾਊਸਿੰਗ, ਐਜੂਕੇਸ਼ਨ, ਚਾਈਲਡ ਵੈਲਫੇਅਰ, ਕੁਝ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਕਿਸੇ ਵੀ ਚੀਜ਼ ਬਾਰੇ, ਤੁਸੀਂ ਸਿੱਧਾ ਸੈਟਲਮੈਂਟ ਏਜੰਸੀ ਤੋਂ ਜਾ ਕੇ
ਉਹ ਇਨਫੋਰਮੇਸ਼ਨ ਪਤਾ ਕਰ ਸਕਦੇ ਆ। settlement.org ਵੈਬਸਾਈਟ ਹੈਗੀ ਹੈ ਜਿਹੜੀ ਕਿ ਬਹੁਤ ਯੂਜ਼ਫੁਲ ਵੈਬਸਾਈਟ ਹੈ। ਇੱਥੇ ਤੁਸੀਂ ਜਾ ਕੇ ਆਪਣਾ ਕਾਫੀ ਇਨਫੋਰਮੇਸ਼ਨ ਫਾਈਂਡ ਆਊਟ ਕਰ ਸਕਦੇ ਆ ਕੈਨੇਡਾ ਬਾਰੇ, ਇੱਥੋਂ ਦੇ ਪ੍ਰੋਗਰਾਮਸ ਐਂਡ ਸਰਵਿਸਿਜ਼ ਬਾਰੇ। ਬਾਇੰਗ ਫੂਡ, ਸੋ ਇੱਥੇ ਕੈਨੇਡਾ ਵਿੱਚ ਫੂਡ ਕਾਫੀ ਫਰੈਸ਼ ਮਿਲਦਾ ਆ, ਫਰੂਟਸ ਐਂਡ ਵੈਜੀਟੇਬਲਸ ਤੇ ਹੋਰ ਵੀ ਕਾਫੀ ਡਿਫਰੈਂਟ ਪ੍ਰੋਡਕਟਸ। ਕਾਫੀ ਰੀਜਨਸ ਵਿੱਚ ਤੁਸੀਂ ਫਰੈਸ਼ ਫਰੂਟ ਤੇ ਫਰੈਸ਼ ਵੈਜੀਟੇਬਲਸ ਫਾਰਮਰਸ ਮਾਰਕੀਟ ਤੋਂ ਵੀ ਲੈ ਸਕਦੇ ਹੋ। ਫਾਰਮਰਸ ਮਾਰਕੀਟ ਜਿਹੜੀ ਲੱਗਦੀ ਹੈ ਉਹ ਮੋਸਟਲੀ ਸਮਰਸ ਵਿੱਚ ਲੱਗਦੀ ਹੈ, ਪਰ ਕਈ ਇਨਡੋਰ ਫਾਰਮਰ ਮਾਰਕੀਟਸ ਵੀ ਲੱਗਦੀਆਂ ਨੇ ਜਿਹੜੀਆਂ ਕਿ ਵਿੰਟਰ 'ਚ ਵੀ ਚੱਲਦੀਆਂ ਨੇ। ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਕੋਈ ਈਵਨ ਫੂਡ ਬਾਏ ਕਰਨਾ ਵੀ ਅਫੋਰਡ ਨਹੀਂ ਕਰ ਸਕਦਾ, ਉਹਦੇ ਵਾਸਤੇ ਵੀ ਇੱਥੇ ਲੋਕਲ ਫੂਡ ਬੈਂਕਸ ਅਵੇਲੇਬਲ ਹੈਗੇ ਨੇ ਜਿੱਥੇ ਕਿ ਉਸ ਫੈਮਲੀ ਨੂੰ ਜਾਂ ਉਸ ਇੰਡੀਵਿਜੂਅਲ ਨੂੰ ਫ੍ਰੀ ਵਿੱਚ ਫੂਡ ਮਿਲ ਸਕਦਾ ਹੈ, ਤੁਹਾਨੂੰ ਕੋਈ ਪੈਸੇ ਨਹੀਂ ਦੇਣੇ ਪੈਂਦੇ। ਕਮਿਊਨਿਟੀ ਇਨਵੋਲਵਮੈਂਟ, ਜਦੋਂ ਤੁਸੀਂ ਕੈਨੇਡਾ ਵਿੱਚ ਨਵੇਂ ਆਉਂਦੇ ਆ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਮਿਊਨਿਟੀ ਵਿੱਚ ਇਨਵੋਲਵ ਰੱਖੋ। ਸੋ ਕਮਿਊਨਿਟੀ 'ਚ ਇਨਵੋਲਵ ਰੱਖਣ ਵਾਸਤੇ ਤਾਂ ਤੁਸੀਂ 3 ਏਰੀਆਜ਼ ਵਿੱਚ ਜਾ ਸਕਦੇ ਆ। ਇੱਕ ਤੇ ਕਮਿਊਨਿਟੀ ਰੈਕਰੀਏਸ਼ਨ ਸੈਂਟਰਸ ਹੋ ਗਏ ਜਿਹੜੇ ਕਿ ਹਰ ਇੱਕ ਸਿਟੀ ਵਿੱਚ ਮੇ ਬੀ ਹਰ ਇੱਕ ਨੇਬਰਹੁੱਡ ਬਟ ਹਰ ਇੱਕ ਏਰੀਆ ਵਿੱਚ ਹੋਣ। ਉੱਥੇ ਜਾ ਕੇ ਤੁਸੀਂ ਆਪਣਾ ਕੋਈ ਵੀ ਰੈਕਰੀਏਸ਼ਨ ਐਕਟੀਵਿਟੀ ਜੁਆਇਨ ਕਰ ਸਕਦੇ ਆ, ਸੌਕਰ ਹੋ ਗਿਆ, ਬਾਸਕਟਬਾਲ, ਸਵਿਮਿੰਗ, ਸਕੇਟਿੰਗ, ਕੋਈ ਵੀ ਇੱਦਾਂ ਦਾ ਤੁਸੀਂ ਜੁਆਇਨ ਕਰਨਾ ਹੈ ਤੁਸੀਂ ਕਰ ਸਕਦੇ ਆ। ਈਵਨ ਕਿ ਤੁਹਾਡੇ ਬੱਚੇ ਵੀ ਇਸ ਰੈਕਰੀਏਸ਼ਨ ਸੈਂਟਰਸ ਦਾ ਯੂਜ਼ ਲੈ ਸਕਦੇ ਆ। ਕਈ ਰੈਕਰੀਏਸ਼ਨ ਸੈਂਟਰਸ ਵਿੱਚ ਛੋਟੀਆਂ ਲਾਇਬ੍ਰੇਰੀਜ਼ ਵੀ ਬਣੀਆਂ ਹੁੰਦੀਆਂ ਜਿੱਥੇ ਜਾ ਕੇ ਤੁਸੀਂ ਆਪਣਾ ਰੀਡਿੰਗ ਵਗੈਰਾ ਵੀ ਕਰ ਸਕਦੇ ਆ। ਇਸ ਦੇ ਇਲਾਵਾ ਪਬਲਿਕ ਲਾਇਬ੍ਰੇਰੀਜ਼ ਹੁੰਦੀਆਂ ਨੇ। ਪਬਲਿਕ ਲਾਇਬ੍ਰੇਰੀਜ਼ ਤੇ ਤੁਸੀਂ ਜਾ ਕੇ ਕੰਪਿਊਟਰ ਯੂਜ਼ ਕਰ ਸਕਦੇ ਆ, ਉਹਨਾਂ ਦਾ ਇੰਟਰਨੈਟ ਯੂਜ਼ ਕਰ ਸਕਦੇ ਆ। ਉੱਥੇ ਮੇ ਬੀ ਤੁਹਾਨੂੰ ਥੋੜੀ ਜਿਹੀ ਕਾਸਟ ਚਾਰਜ ਕਰਨ ਉਹ ਕੰਪਿਊਟਰ ਯੂਜ਼ ਕਰਨ ਵਾਸਤੇ। ਈਵਨ ਜੇ ਤੁਸੀਂ ਕੁਝ ਪ੍ਰਿੰਟ ਕਰਨਾ ਹੈ ਤੁਸੀਂ ਉੱਥੋਂ ਪ੍ਰਿੰਟ ਕਰਵਾ ਸਕਦੇ ਆ। ਲਾਇਬ੍ਰੇਰੀਜ਼ ਦੇ ਵਿੱਚ ਕਾਫੀ ਡਿਫਰੈਂਟ ਪ੍ਰੋਗਰਾਮਸ ਅਵੇਲੇਬਲ ਹੁੰਦੇ ਨੇ ਐਡਲਟਸ ਵਾਸਤੇ ਵੀ ਅਤੇ ਬੱਚਿਆਂ ਵਾਸਤੇ ਵੀ। ਮੋਸਟ ਆਫ ਦਾ ਟਾਈਮ ਆਹ ਵਾਲੇ ਪ੍ਰੋਗਰਾਮਸ ਜਿਹੜੇ ਆ ਉਹ ਫ੍ਰੀ ਆਫ ਕਾਸਟ ਹੁੰਦੇ ਆ ਜਾਂ ਬਿਲਕੁਲ ਘੱਟ ਤੋਂ ਘੱਟ ਕਾਸਟ ਤੁਹਾਨੂੰ ਉਹ ਚਾਰਜ ਕਰਨ। ਲਾਇਬ੍ਰੇਰੀਜ਼ ਤੋਂ ਤੁਹਾਨੂੰ ਬੁੱਕਸ, DVDs ਅਤੇ CDs ਵੀ ਮਿਲ ਸਕਦੀਆਂ ਆ ਔਰ ਇਹ ਬੁੱਕਸ, DVDs ਐਂਡ CDs ਤੁਹਾਨੂੰ ਡਿਫਰੈਂਟ ਲੈਂਗੁਏਜਸ ਵਿੱਚ ਵੀ ਪ੍ਰਾਪਤ ਹੋ ਸਕਦੀਆਂ ਨੇ। ਇਸ ਦੇ ਇਲਾਵਾ ਪਲੇਸ ਆਫ ਵਰਸ਼ਿਪ, ਓਨਟੇਰੀਓ ਵਿੱਚ ਖਾਸ ਕਰਕੇ ਹਰ ਇੱਕ ਜਗ੍ਹਾ ਤੇ ਡਿਫਰੈਂਟ ਵਰਸ਼ਿਪ ਸੈਂਟਰਸ ਬਣੇ ਹੋਏ ਆ ਜਿੱਦਾਂ ਕਿ ਗੁਰਦੁਆਰੇ, ਸਿਨੇਗੋਗਸ, ਚਰਚ ਹੋ ਗਏ, ਮੰਦਿਰ ਹੋ ਗਏ। ਤੇ ਤੁਸੀਂ ਆਪਣੇ ਰਿਲੀਜਨ ਨੂੰ ਫੋਲੋ ਕਰਨ ਵਾਸਤੇ ਤੁਸੀਂ ਇੱਦਾਂ ਦੀ ਕਾਫੀ ਜਿੱਦਾਂ ਗੁਰਦੁਆਰੇ, ਮੰਦਿਰ ਹੋ ਗਿਆ, ਇੱਦਾਂ ਦੀਆਂ ਜਗ੍ਹਾਵਾਂ ਤੁਸੀਂ ਆਪਣੀ ਸਿਟੀ ਵਿੱਚ ਤੁਹਾਨੂੰ ਮਿਲ ਸਕਦੀਆਂ ਨੇ। ਵੋਲੰਟੀਅਰਿੰਗ ਇਨ ਕੈਨੇਡਾ, ਸੋ ਵੋਲੰਟੀਅਰਿੰਗ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਵਾਸਤੇ ਸਪੈਸ਼ਲੀ ਨਾਨ ਪ੍ਰੋਫਿਟ ਜਾਂ ਆਰਗੇਨਾਈਜੇਸ਼ਨ ਜਾਂ ਸਕੂਲ ਸਿਸਟਮ ਵਿੱਚ ਤੁਸੀਂ ਵੋਲੰਟੀਅਰਿੰਗ ਕਰ ਸਕਦੇ ਆ। ਤੁਸੀਂ ਉਹਨਾਂ ਦੀ ਹੈਲਪ ਕਰਦੇ ਪਏ ਪਰ ਤੁਹਾਨੂੰ ਉਹਦੀ ਕੋਈ ਪੇ ਨਹੀਂ ਮਿਲਦੀ ਪਈ। ਕੈਨੇਡਾ ਵਿੱਚ ਜਦੋਂ ਤੁਸੀਂ ਨਵੇਂ ਆਉਂਦੇ ਆ ਤੁਹਾਡੇ ਕੋਲ ਕੋਈ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੁੰਦਾ, ਤੁਹਾਡਾ ਕੋਈ ਨੈਟਵਰਕ ਨਹੀਂ ਹੁੰਦਾ, ਤੁਹਾਡਾ ਸੋਸ਼ਲ ਵਰਕ ਨਹੀਂ ਹੁੰਦਾ। ਸੋ ਵੋਲੰਟੀਅਰਿੰਗ ਇੱਕ ਬਹੁਤ ਵਧੀਆ ਜ਼ਰੀਆ ਹੁੰਦਾ ਇਹ ਸਾਰੀਆਂ ਚੀਜ਼ਾਂ ਨੂੰ ਪਾਉਣ ਵਾਸਤੇ। ਜਦੋਂ ਤੁਸੀਂ ਕੈਨੇਡਾ 'ਚ ਨਵੇਂ ਆਉਂਦੇ ਆ ਤੁਸੀਂ ਕਿਸੇ ਵੀ ਸੈਟਲਮੈਂਟ ਏਜੰਸੀ ਕੋਲ ਜਾ ਸਕਦੇ ਆ ਪਤਾ ਕਰਨ ਲਈ ਕਿ ਤੁਸੀਂ ਵੋਲੰਟੀਅਰਿੰਗ ਵਿੱਚ ਇੰਟਰਸਟ ਹੈਗੇ ਆ ਤੇ ਤੁਹਾਨੂੰ ਕਿੱਦਾਂ ਹੈਲਪ ਮਿਲ ਸਕਦੀ ਆ। ਈਵਨ ਤੁਸੀਂ ਆਪਣੇ ਬੱਚਿਆਂ ਦੇ ਸਕੂਲ ਵਿੱਚ ਜਾ ਕੇ ਵੀ ਵੋਲੰਟੀਅਰਿੰਗ ਕਰ ਸਕਦੇ ਆ। ਇਹਦੇ ਨਾਲ ਤੁਹਾਡਾ ਕੈਨੇਡੀਅਨ ਵਰਕ ਐਕਸਪੀਰੀਅੰਸ ਬਣਦਾ ਆ ਤੇ ਤੁਹਾਡਾ ਫਰੈਂਡ ਸਰਕਲ, ਸੋਸ਼ਲ ਸਰਕਲ ਵੀ ਬਣਨਾ ਸ਼ੁਰੂ ਹੋ ਜਾਂਦਾ ਆ। ਕਾਫੀ ਡਿਫਰੈਂਟ ਆਰਗੇਨਾਈਜੇਸ਼ਨਸ ਹੈਗੀਆਂ ਨੇ ਇੱਥੇ ਜਿੱਥੇ ਕਿ ਤੁਸੀਂ ਜਾ ਕੇ ਵੋਲੰਟੀਅਰ ਕਰ ਸਕਦੇ ਆ ਅਤੇ ਤੁਹਾਨੂੰ ਵੋਲੰਟੀਅਰਿੰਗ ਬਾਰੇ ਇਨਫੋਰਮੇਸ਼ਨ ਵੀ ਮਿਲ ਸਕਦੀ ਹੈ। ਚਾਈਲਡ ਕੇਅਰ, ਕੈਨੇਡਾ ਵਿੱਚ ਕਾਫੀ ਡਿਫਰੈਂਟ ਚਾਈਲਡ ਕੇਅਰ ਆਪਸ਼ਨਸ ਅਵੇਲੇਬਲ ਹੁੰਦੇ ਨੇ ਹਰ ਇੱਕ ਵਾਸਤੇ। ਲਾਇਸੈਂਸਡ ਚਾਈਲਡ ਕੇਅਰ ਜਿਹੜੇ ਹੁੰਦੇ ਆ ਉਹਨਾਂ ਨੇ ਸਪੈਸੀਫਿਕ ਜਿਹੜੇ ਪ੍ਰੋਵਿੰਸ਼ੀਅਲ ਸਟੈਂਡਰਡਸ ਹੁੰਦੇ ਆ ਉਹਨਾਂ ਨੂੰ ਮੀਟ ਕਰਨਾ ਹੁੰਦਾ ਆ। ਕਈ ਵਾਰੀ ਇੱਦਾਂ ਹੁੰਦਾ ਹੈ ਕਿ ਕਿਸੇ ਕੋਲ ਪੈਸੇ ਨਹੀਂ ਹੁੰਦੇ ਚਾਈਲਡ ਕੇਅਰ ਪੇ ਕਰਨ ਵਾਸਤੇ ਜਾਂ ਬਹੁਤ ਐਕਸਪੈਂਸਿਵ ਹੋ ਜਾਂਦਾ ਹੈ, ਉਹ ਅਫੋਰਡ ਨਹੀਂ ਕਰ ਸਕਦੇ।
ਉਹਨਾਂ ਲੋਕਾਂ ਵਾਸਤੇ ਡਿਫਰੈਂਟ ਰੀਜਨਸ ਨੇ ਚਾਈਲਡ ਕੇਅਰ ਸਬਸਿਡੀ ਸ਼ੁਰੂ ਕੀਤੀ ਹੁੰਦੀ ਹੈ। ਚਾਈਲਡ ਕੇਅਰ ਸਬਸਿਡੀ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਫੈਮਲੀਜ਼ ਫਾਈਨੈਂਸ਼ੀਅਲੀ ਸਟਰਗਲ ਕਰਨ ਡਈਆਂ ਪਰ ਉਹਨਾਂ ਨੂੰ ਚਾਈਲਡ ਕੇਅਰ ਦੀ ਵੀ ਲੋੜ ਹੈਗੀ ਆ, ਕਿਉਂਕਿ ਉਹਨਾਂ ਨੇ ਬਾਹਰ ਜਾ ਕੇ ਕੰਮ ਕਰਨਾ ਹੈ ਜਾਂ ਪੜ੍ਹਨਾ ਹੈ ਜੋ ਵੀ ਆ, ਉਦੋਂ ਫਿਰ ਚਾਈਲਡ ਕੇਅਰ ਸਬਸਿਡੀ ਕੰਮ ਆਉਂਦੀ ਆ। ਤੁਸੀਂ ਜਸਟ ਐਪਲੀਕੇਸ਼ਨ ਭਰਨੀ ਹੁੰਦੀ ਹੈ, ਸਬਮਿਟ ਕਰਨੀ ਹੁੰਦੀ ਹੈ, ਵਨਸ ਅਪਰੂਵ ਹੋ ਜੇ ਫਿਰ ਉਹ ਤੁਹਾਨੂੰ ਲਿਸਟਿੰਗ ਦੱਸ ਦਿੰਦੇ ਆ ਕਿ ਤੁਹਾਡੇ ਏਰੀਆ ਵਿੱਚ ਕਿਹੜੀ ਡੇ ਕੇਅਰ ਸੈਂਟਰਸ ਚਾਈਲਡ ਕੇਅਰ ਸਬਸਿਡੀ ਐਕਸੈਪਟ ਕਰਦੇ ਆ। ਇਹਦੇ ਇਲਾਵਾ ਓਨਟਾਰੀਓ ਅਰਲੀ ਔਨ ਸੈਂਟਰਸ ਵੀ ਅਵੇਲੇਬਲ ਹੈਗੇ ਨੇ, ਜਿਹੜੇ ਕਿ ਕਈ ਸਕੂਲਾਂ ਵਿੱਚ ਵੀ ਲੱਗਦੇ ਆ ਔਰ ਕਈਆਂ ਨੇ ਅਲੱਗ ਸੈਂਟਰਸ ਵੀ ਬਣੇ ਹੋਏ ਆ। ਇੱਥੇ ਤੁਸੀਂ ਆਪਣੇ ਬੱਚੇ ਨੂੰ ਜਿਹੜਾ ਕਿ 6 ਸਾਲ ਤੋਂ ਘੱਟ ਦੀ ਉਮਰ ਵਿੱਚ ਹੋਵੇ ਉਹਨੂੰ ਲੈ ਕੇ ਜਾ ਸਕਦੇ ਆ। ਉੱਥੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ, ਤੁਸੀਂ ਆਪਣੇ ਬੱਚੇ ਨੂੰ ਛੱਡ ਕੇ ਨਹੀਂ ਆ ਸਕਦੇ। ਉੱਥੇ ਤੁਸੀਂ ਆਪਣੇ ਬੱਚੇ ਨਾਲ ਪਲੇ ਕਰ ਸਕਦੇ ਆ, ਬੱਚੇ ਨੂੰ ਕਾਫੀ ਚੀਜ਼ਾਂ ਸਿਖਾ ਸਕਦੇ ਆ। ਉੱਥੇ ਰੀਡਿੰਗ ਪ੍ਰੋਗਰਾਮ ਵੀ ਹੁੰਦੇ ਆ ਬੱਚਿਆਂ ਵਾਸਤੇ। ਸੋ ਤੁਹਾਡਾ ਬੱਚੇ ਨੂੰ ਬੇਸਿਕਲੀ ਸਕੂਲ ਦਾ ਐਕਸਪੋਜ਼ਰ ਮਿਲਦਾ ਹੈ ਜਦੋਂ ਉਹਨਾਂ ਨੇ ਸਕੂਲ ਐਕਸਪੋਜ਼ਰ ਤੇ ਮਿਲਿਆ ਹੁੰਦਾ ਹੈ ਜਦੋਂ ਬੱਚਾ ਹੋ ਜਾਂਦਾ ਹੈ 4 ਸਾਲ ਦਾ, ਬਟ ਤੁਹਾਨੂੰ ਹੋਰ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ, ਪੇਰੈਂਟਿੰਗ ਸਕਿੱਲਸ ਲਰਨ ਕਰਨ ਨੂੰ ਮਿਲਦੇ ਹਨ। ਲੈਂਗੁਏਜ ਟ੍ਰੇਨਿੰਗ, ਜਦੋਂ ਤੁਸੀਂ ਕੈਨੇਡਾ ਵਿੱਚ ਨਵੇਂ ਆਉਂਦੇ ਆ ਜਾਂ ਤੁਹਾਡੇ ਬੱਚੇ ਇੱਥੇ ਆਉਂਦੇ ਆ, ਆਪਣਾ ਮੇਨ ਮਕਸਦ ਹੁੰਦਾ ਹੈ ਕਿ ਸਾਡੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਵਿੱਚ ਪਾਉਣਾ ਆ। ਸੋ ਫਰਸਟ ਸਟੈਪ ਹੁੰਦਾ ਹੈ ਤੁਸੀਂ ਇੱਥੇ ਅਸੈਸਮੈਂਟ ਕਰਵਾਉਣੀ ਹੁੰਦੀ ਹੈ ਆਪਣੀ ਲੈਂਗੁਏਜ ਦੀ। ਈਵਨ ਦੋ ਜੇ ਤੁਸੀਂ ਵੀ ਸਕੂਲ ਅਟੈਂਡ ਕਰਨਾ ਆ, ਯੂਨੀਵਰਸਿਟੀ ਜਾਂ ਕਾਲਜ, ਆਪਣੇ ਸਕਿੱਲਸ ਅਪਗ੍ਰੇਡ ਕਰਨੇ ਆ ਜਾਂ ਤੁਹਾਡੇ ਬੱਚੇ ਨੂੰ ਤੁਸੀਂ ਸਕੂਲ ਸਿਸਟਮ 'ਚ ਪਾਉਣਾ ਆ, ਤੁਸੀਂ ਸਭ ਤੋਂ ਪਹਿਲਾਂ ਉਹਨਾਂ ਦੀ ਲੈਂਗੁਏਜ ਅਸੈਸਮੈਂਟ ਕਰਵਾਉਣੀ ਆ। ਇੱਥੇ ਓਨਟਾਰੀਓ ਵਿੱਚ ਕਾਫੀ ਡਿਫਰੈਂਟ ਜਗ੍ਹਾ ਤੇ ਸੈਂਟਰਸ ਬਣੇ ਹੋਏ ਆ ਜਿੱਥੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਕੇ ਜਾਣਾ ਹੁੰਦਾ ਆ। ਉੱਥੇ ਤੁਸੀਂ ਆਪਣੀ ਇੰਗਲਿਸ਼ ਲੈਂਗੁਏਜ ਦੀ ਸਪੀਕਿੰਗ, ਰੀਡਿੰਗ, ਰਾਈਟਿੰਗ ਦੀ ਅਸੈਸਮੈਂਟ ਕਰਵਾਉਂਦੇ ਆ। ਉਹ ਤੁਹਾਨੂੰ ਲੈਵਲ ਦੱਸਦੇ ਆ, ਲੈਵਲ ਦੇ ਹਿਸਾਬ ਨਾਲ ਤੁਹਾਡਾ ਬੱਚਾ ਕਿਹੜੀ ਗ੍ਰੇਡ ਵਿੱਚ ਜਾਏਗਾ ਉਹ ਉਦੋਂ ਉਸ ਟਾਈਮ ਤੇ ਅਸੈਸ ਕਰਦੇ ਆ। ਜੇ ਤੁਹਾਨੂੰ ਇਹਦੇ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਨਹੀਂ ਹੈਗੀ, ਤੁਸੀਂ ਕਿਸੇ ਵੀ ਸੈਟਲਮੈਂਟ ਏਜੰਸੀ ਕੋਲ ਜਾ ਸਕਦੇ ਆ ਤੇ ਉਹ ਤੁਹਾਡੀ ਹੈਲਪ ਕਰ ਸਕਦੇ ਈਵਨ ਅਪਾਇੰਟਮੈਂਟ ਬੁੱਕ ਕਰਵਾਉਣ ਵਿੱਚ। ਗਵਰਨਮੈਂਟ ਆਫ ਕੈਨੇਡਾ ਦੇ ਲੈਂਗੁਏਜ ਪ੍ਰੋਗਰਾਮਸ, ਸੋ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਹੋਲਡਰਸ ਆਉਂਦੇ ਆ ਕੈਨੇਡਾ ਵਿੱਚ ਜਾਂ ਪ੍ਰੋਟੈਕਟਡ ਪਰਸਨ, ਉਹ ਜਦੋਂ ਕੈਨੇਡਾ 'ਚ ਆਉਂਦੇ ਆ ਉਹ ਕਹਿੰਦੇ ਆ ਕਿ ਅਸੀਂ ਸਭ ਤੋਂ ਪਹਿਲਾਂ ਆਪਣੀ ਇੰਗਲਿਸ਼ ਲੈਂਗੁਏਜ ਇੰਪਰੂਵ ਕਰਨੀ ਆ। ਸੋ ਉਹਨਾਂ ਨੂੰ ਪਹਿਲਾਂ ਆਪਣੀ ਇੰਗਲਿਸ਼ ਲੈਂਗੁਏਜ ਦੀ ਅਸੈਸਮੈਂਟ ਦੇਣੀ ਪੈਂਦੀ ਆ। ਜਦੋਂ ਉਹਨਾਂ ਨੂੰ ਅਸੈਸਮੈਂਟ ਆ ਜਾਂਦੀ ਹੈ ਉਹਨਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਦਾ ਲੈਵਲ ਕਿਹੜਾ ਹੈਗਾ ਇੰਗਲਿਸ਼ ਦਾ। ਬੇਸਡ ਔਨ ਤੁਹਾਡਾ ਲੈਵਲ ਤੁਹਾਨੂੰ ਉਹ ਉਸ ਲੈਵਲ ਵਾਲੀ ਕਲਾਸ ਵਿੱਚ ਪਾ ਦਿੰਦੇ ਆ। ਸੋ ਉਹਨਾਂ ਕਲਾਸਾਂ ਨੂੰ ਕਿਹਾ ਜਾਂਦਾ ਹੈ ਲਿੰਕ ਕਲਾਸਿਸ। ਤੇ ਇਹ ਵਾਲੀਆਂ ਜਿਹੜੀਆਂ ਲਿੰਕ ਕਲਾਸਿਸ ਹੈਗੀਆਂ ਨੇ ਇਹ ਪਰਮਾਨੈਂਟ ਰੈਜ਼ੀਡੈਂਟ ਤੇ ਪ੍ਰੋਟੈਕਟਡ ਪਰਸਨ ਵਾਸਤੇ ਨੇ ਔਰ ਇਹ ਫ੍ਰੀ ਆਫ ਕਾਸਟ ਹੁੰਦੀਆਂ ਆ। ਸਾਡੀ ਆਰਗੇਨਾਈਜੇਸ਼ਨ PMC ਮਲਟੀਕਲਚਰਲ ਕਾਉਂਸਲ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਲਿੰਕ ਦੀਆਂ ਕਲਾਸਿਸ ਬਰੈਂਪਟਨ ਲੋਕੇਸ਼ਨ ਤੋਂ ਰਨ ਕਰਦੀ ਆ। ਸੋ ਜੇ ਤੁਸੀਂ ਕੈਨੇਡਾ ਆਉਂਦੇ ਆ, ਜੇ ਤੁਸੀਂ ਬਰੈਂਪਟਨ ਦੇ ਏਰੀਏ ਵਿੱਚ ਰਹਿ ਰਹੇ ਆ, ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਔਰ ਅਸੀਂ ਤੁਹਾਨੂੰ ਹੋਰ ਇਨਫੋਰਮੇਸ਼ਨ ਇਸ ਬਾਰੇ ਦੇ ਸਕਦੇ ਹਾਂ। ਓਕੇ, ਸੋ ਹੁਣ ਮੈਂ ਗੱਲ ਕਰੂੰਗੀ ਮਨੀ ਐਂਡ ਬੈਂਕਿੰਗ ਬਾਰੇ। ਜਦੋਂ ਤੁਸੀਂ ਕੈਨੇਡਾ ਜਾਂਦੇ ਆ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਤੁਹਾਡੇ ਕੋਲ ਆਪਣਾ ਬੈਂਕ ਅਕਾਊਂਟ ਹੋਵੇ। ਈਵਨ ਤੋਂ ਤੁਹਾਡੇ ਕੋਲ ਜੌਬ ਨਹੀਂ ਹੈਗੀ ਤੁਸੀਂ ਸਟਿਲ ਬੈਂਕ ਅਕਾਊਂਟ ਕਰਵਾ ਸਕਦੇ ਆ। ਕਾਫੀ ਬੈਂਕ ਹੈਗੇ ਨੇ ਜਿਹੜੇ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਨੇ ਚੈਕਿੰਗ, ਸੇਵਿੰਗਸ ਅਕਾਊਂਟ ਬਾਰੇ। ਤੁਸੀਂ ਇਹ ਟੈਲੀਫੋਨ ਥਰੂ ਵੀ ਸਰਵਿਸਿਜ਼ ਲੈ ਸਕਦੇ ਆ, ਇੰਟਰਨੈਟ ਬੈਂਕਿੰਗ ਦੇ ਥਰੂ ਵੀ ਲੈ ਸਕਦੇ ਆ। ਹੋਰ ਜਾਣਕਾਰੀ ਵਾਸਤੇ ਤੁਸੀਂ consumerhandbook.ca ਦੀ ਵੈਬਸਾਈਟ ਤੇ ਜਾ ਕੇ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਆ ਕਿ ਤੁਸੀਂ ਆਪਣੇ ਆਪ ਨੂੰ ਫਰਾਡ ਤੋਂ ਕਿੱਦਾਂ ਬਚਾਉਣਾ ਹੈ। ਜਦੋਂ ਤੁਸੀਂ ਕੈਨੇਡਾ 'ਚ ਨਵੇਂ ਆਉਂਦੇ ਤੁਹਾਨੂੰ ਕਾਫੀ ਚੀਜ਼ਾਂ ਬਾਰੇ ਨਹੀਂ ਪਤਾ ਹੁੰਦਾ, ਸਪੈਸ਼ਲੀ ਜਿਹੜੇ ਫਰਾਡ ਹੁੰਦੇ ਆ। ਸੋ ਸਭ ਤੋਂ ਬੈਸਟ ਹੈਗਾ ਕਿ ਤੁਸੀਂ ਇਸ ਵੈਬਸਾਈਟ ਤੇ ਜਾ ਕੇ ਐਟਲੀਸਟ ਜਿਹੜਾ ਬੈਂਕ ਰਿਲੇਟਡ ਕੁਝ ਵੀ ਆ ਉਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਪਤਾ ਕਰ ਸਕਦੇ ਆ। ਇਹ ਬਹੁਤ ਵਧੀਆ ਹੁੰਦਾ ਹੈ ਕਿ ਕੋਈ ਵੀ ਬੈਂਕ ਅਕਾਊਂਟ ਖੋਲਣ ਤੋਂ ਪਹਿਲਾਂ ਤੁਸੀਂ ਉਸ ਬੈਂਕ ਦੇ ਬਾਰੇ ਰਿਸਰਚ ਕਰ ਲਓ ਕਿ ਜਿਹੜੇ ਉਹਨਾਂ ਦੇ ਪਲਾਨਸ ਹੈਗੇ ਆ ਜਾਂ ਉਹਨਾਂ ਦੇ ਸਰਵਿਸਿਜ਼ ਹੈਗੀਆਂ ਉਹ ਤੁਹਾਡੀਆਂ ਨੀਡਸ ਦੇ ਨਾਲ ਮੀਟ ਕਰਦੀਆਂ ਨੇ ਕਿ ਨਹੀਂ। ਹਰ ਇੱਕ ਬੈਂਕ ਦਾ ਆਪਣਾ ਪ੍ਰੋਡਕਟ, ਆਪਣਾ ਸਰਵਿਸ ਤੇ ਆਪਣਾ ਰੇਟ ਹੁੰਦਾ ਆ। ਜਦੋਂ ਤੁਸੀਂ ਬੈਂਕ ਅਕਾਊਂਟ ਖੋਲਣਾ ਆ ਤੁਹਾਨੂੰ 2 ਚੀਜ਼ਾਂ ਦੀ ਲੋੜ ਹੁੰਦੀ ਹੈ। ਇੱਕ ਤੇ ਤੁਹਾਡੀ ਫੋਟੋ ID ਹੋਣੀ ਚਾਹੀਦੀ ਹੈ ਜੋ ਕਿ ਤੁਸੀਂ ਆਪਣਾ ਪਾਸਪੋਰਟ ਯੂਜ਼ ਕਰ ਸਕਦੇ ਆ। ਦੂਸਰਾ ਤੁਹਾਡੇ ਕੋਲ ਪ੍ਰੂਫ ਆਫ ਐਡਰੈਸ ਹੋਣਾ ਬਹੁਤ ਜ਼ਰੂਰੀ ਹੈ। Thank you, Ramina. You're welcome. Thank you for sharing the information. ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਪਾਰਟਿਸਪੈਂਟ ਦੇ ਨਾਲ
ਸਾਂਝੀ ਕੀਤੀ ਹੈ। ਮੈਂ ਹੁਣ ਤੁਹਾਡੇ ਨਾਲ ਥੋੜ੍ਹੀ ਜਿਹੀ ਗੱਲ ਕਰਾਂਗਾ ਵੀ ਜਦੋਂ ਆਪਾਂ ਕੈਨੇਡਾ ਦੇ ਵਿੱਚ ਆ ਜਾਂਦੇ ਹਾਂ, ontario ਸਾਡੀ ਪ੍ਰੋਵਿੰਸ ਵਿੱਚ ਆ ਜਾਂਦੇ ਆ, ਤੇ ਇੱਥੇ ਜਿਸ ਤਰ੍ਹਾਂ ਰਮੀਨਾ ਜੀ ਨੇ ਦੱਸਿਆ, ਇਸੇ ਬਹੁਤ ਵਧੀਆ ਕੰਟਰੀ ਆ, ਬਹੁਤ ਸੋਹਣਾ ਮੁਲਕ ਆ ਇਹ। ਇੱਥੇ 4 ਡਿਫਰੈਂਟ ਹੈਗੇ ਨੇ। ਜਿਹੜਾ ਸਪਰਿੰਗ ਸੀਜ਼ਨ ਆ ਉਹ ਮਾਰਚ 20 ਤੋਂ ਜੂਨ 20 ਤੱਕ ਚੱਲਦਾ ਆ। ਬਹੁਤ ਹੀ ਬਿਊਟੀਫੁਲ ਟਾਈਮ ਸਾਲ ਦਾ ਇਹ ਹੁੰਦਾ ਜਦੋਂ ਫੁੱਲ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋ ਜਾਂਦੇ ਨੇ, ਸਨੋ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਆ। ਇਸ ਟਾਈਮ ਦੇ ਵਿੱਚ ਕਈ ਵਾਰੀ ਬਾਰਿਸ਼ਾਂ ਵੀ ਕਾਫੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਟੈਂਪਰੇਚਰ ਜਿਹੜਾ ਆ ਉਹ ਅਰਾਊਂਡ 8 ਡਿਗਰੀ ਦੇ ਲਾਗੇ ਛਾਗੇ ਰਹਿੰਦਾ ਆ, ਤੇ ਹੌਲੀ ਹੌਲੀ ਵਧਣਾ ਸ਼ੁਰੂ ਹੋ ਜਾਂਦਾ ਆ। ਬਾਹਰ ਜਾਣ ਵਾਸਤੇ ਕਈ ਵਾਰੀ ਆਪਾਂ ਨੂੰ ਅੰਬਰੇਲਾ, ਛਤਰੀ ਵਗੈਰਾ ਕੋਲ ਰੱਖਣ ਦੀ ਲੋੜ ਪੈਂਦੀ ਆ। ਹੋ ਸਕੇ ਰੇਨ ਕੋਟ ਵੀ ਜਿਹੜਾ ਉਹ ਕੋਲ ਹੋਵੇ, ਫਿਰ ਆਪਾਂ ਬਾਰਿਸ਼ ਤੋਂ ਜਿਹੜਾ ਭਿੱਜਣ ਤੋਂ ਬਚ ਜਾਂਦੇ ਆ। ਜਿਹੜਾ ਸਮਰ ਦਾ ਸੀਜ਼ਨ ਆ, ਗਰਮੀਆਂ ਦਾ ਮੌਸਮ ਆ, ਉਹ ਜੂਨ 21 ਤੋਂ ਸਤੰਬਰ 21 ਤੱਕ ਚੱਲਦਾ ਆ। ਜੁਲਾਈ ਅਗਸਤ ਜਿਹੜਾ ਉਹ ਬਹੁਤ ਕਈ ਵਾਰੀ ਗਰਮ ਹੋ ਜਾਂਦਾ ਵੈਦਰ, ਉਹਦੇ 'ਚ ਹਿਊਮਿਡਿਟੀ ਬਹੁਤ ਵੱਧ ਜਾਂਦੀ ਆ। ਟੈਂਪਰੇਚਰ ਜਿਹੜਾ ਉਹ ਯੂਜਲੀ 20 ਡਿਗਰੀ ਤੋਂ 30 ਤੋਂ ਉੱਪਰ ਚੱਲ ਜਾਂਦਾ ਆ। ਇਹਦੇ ਵਾਸਤੇ ਯੂਜਲੀ ਸੇਫਟੀ ਟਿਪ ਆਪਾਂ ਸਲਾਹ ਦਿੰਦੇ ਆ ਵੀ ਜਦੋਂ ਬਾਹਰ ਜਾਣਾ ਹੁੰਦਾ ਆ, ਉਦੋਂ ਤੁਸੀਂ ਆਪਣੀ ਸਕਿਨ ਦੇ ਉੱਤੇ ਸਨਸਕ੍ਰੀਨ ਵਗੈਰਾ ਵਰਤ ਲਓ, ਤਾਂ ਕਿ ਉਹਦੇ ਨਾਲ ਜਿਹੜਾ ਸਕਿਨ ਡੈਮੇਜ ਹੋਣ ਤੋਂ ਬਚ ਜਾਂਦੀ ਹੈ। ਫਾਲ ਸੀਜ਼ਨ ਜਿਹੜਾ ਇੱਕ ਹੋਰ ਫਿਰ ਬਹੁਤ ਹੀ ਬਿਊਟੀਫੁਲ ਪਾਰਟ ਹੈਗਾ ਕੈਨੇਡਾ ਦੇ ਸੀਜ਼ਨਸ ਦਾ। ਇਹ ਸਤੰਬਰ 22 ਤੋਂ ਦਸੰਬਰ 20 ਦੇ ਵਿੱਚ ਚੱਲਦਾ ਆ। ਇਸ ਟਾਈਮ ਦੇ ਉੱਤੇ ਜਿਹੜੇ ਪੱਤੇ ਆ ਉਹਨਾਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਟਰੀਜ਼ ਦੇ ਉੱਤੇ। ਵੈਦਰ ਜਿਹੜਾ ਮੌਸਮ ਆ ਥੋੜਾ ਥੋੜਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਆ। ਕਈ ਵਾਰੀ ਇੱਥੇ ਇਸ ਸੀਜ਼ਨ ਵਿੱਚ ਵੀ ਕਾਫੀ ਬਾਰਿਸ਼ਾਂ ਵੀ ਹੁੰਦੀਆਂ ਨੇ। ਅਕਤੂਬਰ ਦੇ ਮਹੀਨੇ ਵਿੱਚ ਕਈ ਵਾਰੀ ਆਪਾਂ ਨੂੰ ਸਨੋ ਫਲਰੀਜ਼ ਵੀ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਹੜੀਆਂ ਫਿਰ ਨਵੰਬਰ ਦਸੰਬਰ ਵਿੱਚ ਕਾਫੀ ਕਈ ਵਾਰੀ ਸਨੋ ਜ਼ਿਆਦਾ ਪੈ ਜਾਂਦੀ ਆ। ਵਿੰਟਰ ਦਾ ਸੀਜ਼ਨ ਜਿਹੜਾ ਆ ਇਹ ਬਹੁਤ ਠੰਡਾ ਮੌਸਮ ਆ, ਜਿਹੜਾ ਦਸੰਬਰ 21 ਤੋਂ ਅਗੇਨ ਮਾਰਚ 19 ਤੱਕ ਦੇ ਪੀਰੀਅਡ ਵਿੱਚ ਚੱਲਦਾ ਆ। ਠੰਡ ਬਹੁਤ ਹੋ ਜਾਂਦੀ ਆ, ਸਨੋ ਸਟਾਰਮ ਵੀ ਕਈ ਵਾਰੀ ਬਹੁਤ ਹੋ ਜਾਂਦੇ ਨੇ। ਟੈਂਪਰੇਚਰ ਮੋਸਟਲੀ 0 ਡਿਗਰੀ ਤੋਂ ਥੱਲੇ ਰਹਿੰਦਾ ਆ। ਕਦੀ ਕਦੀ ਮੌਸਮ ਜਿਹੜਾ -30 ਡਿਗਰੀ ਤੋਂ ਥੱਲੇ ਵੀ ਚਲਿਆ ਜਾਂਦਾ ਆ। ਇਹਦੇ ਵਿੱਚ ਜ਼ਿਆਦਾ ਜਿਹੜੇ ਸਾਨੂੰ ਗਰਮ ਕੱਪੜੇ ਪਾਉਣ ਦੀ ਲੋੜ ਪੈਂਦੀ ਆ। ਖਾਸ ਕਰ ਨਿਊ ਕਮਰਸ ਜਿਹੜੇ ਆਉਂਦੇ ਨੇ, ਉਹਨਾਂ ਨੂੰ ਜਦੋਂ ਵੀ ਸਾਡੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਆਉਂਦੇ ਨੇ, ਅਸੀਂ ਉਹਨਾਂ ਨੂੰ ਇਹ ਬੜਾ ਸਟਰੋਂਗਲੀ ਰਿਕਮੈਂਡ ਕਰਦੇ ਹਾਂ, ਉਹਨਾਂ ਨੂੰ ਦੱਸਦੇ ਹਾਂ ਵੀ ਵਿੰਟਰ ਤੋਂ ਬਚਣ ਵਾਸਤੇ, ਆਪਣੇ ਆਪ ਦਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਤੁਸੀਂ ਸਨੋ ਪੈਂਟਸ, ਇਸ ਤਰ੍ਹਾਂ ਸਨੋ ਬੂਟ ਜਿਹੜੇ ਨੇ ਉਹ, ਸਿਰ ਦੇ ਉੱਤੇ ਹੈਟ, ਜਿਹੜੇ ਗਰਮ ਟੋਪੀਆਂ ਵਗੈਰਾ ਨੇ, ਬੱਚਿਆਂ ਨੂੰ ਆਪ ਨੂੰ ਜਿਹੜੇ ਸਟਰੋਂਗ ਗਲਵਸ, ਇਹ ਜ਼ਰੂਰੀ ਨੇ। ਕਿਉਂਕਿ ਕਈ ਵਾਰੀ ਵਿੰਟਰ ਦੇ ਵਿੱਚ ਜਿਹੜੀ ਸਨੋ ਦੇ ਨਾਲ ਕਈਆਂ ਨੂੰ ਫਰਾਸਟ ਬਾਈਟ ਵੀ ਹੋ ਜਾਂਦੀ ਹੈ, ਜਿਹੜੀ ਕਾਫੀ ਜਿਹੜੀ ਫਿਰ ਸਕਿਨ ਵਾਸਤੇ ਡੇਂਜਰਸ ਹੋ ਜਾਂਦੀ ਹੈ। ਸੋ ਇਹ ਚਾਰੇ ਵੈਦਰ ਦੇ ਵਿੱਚ ਜਿਹੜੇ ਆ ਉਸ ਦੇ ਅਕੋਰਡਿੰਗਲੀ ਆਪਾਂ ਨੂੰ ਕੱਪੜੇ ਜਿਹੜੇ ਪਾਉਣੇ ਜਿਹੜੇ ਆ ਬਹੁਤ ਵਧੀਆ ਔਰ ਜ਼ਰੂਰੀ ਹੁੰਦੇ ਨੇ, ਖਾਸ ਕਰ ਵਿੰਟਰ ਦੇ ਸਮੇਂ ਵਿੱਚ। ਕੈਨੇਡਾ ਚਾਈਲਡ ਟੈਕਸ ਬੈਨੀਫਿਟ, ਜਦੋਂ ਆਪਾਂ ਰਮੀਨਾ ਜੀ ਨੇ ਪਿਛਲੀਆਂ ਸਲਾਈਡ ਵਿੱਚ ਥੋੜਾ ਜਿਹਾ ਇਹਦੇ ਬਾਰੇ ਦੱਸਿਆ ਵੀ ਸੀ। ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਆ, ਇਹ ਕੈਨੇਡਾ ਰੈਵਨਿਊ ਏਜੰਸੀ CRA ਜਿਹੜੀ ਉਹ ਐਡਮਿਨਿਸਟਰ ਕਰਦੀ ਹੈ। ਜਿਹੜਾ ਚਾਈਲਡ ਟੈਕਸ ਬੈਨੀਫਿਟ ਹੈਗਾ, ਇਹ ਮੰਥਲੀ ਪੇਮੈਂਟਸ ਹੁੰਦੀਆਂ ਨੇ ਜਿਹੜੀਆਂ ਐਲੀਜੀਬਲ ਫੈਮਲੀਜ਼ ਦੇ ਬੱਚਿਆਂ ਨੂੰ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਯੂਜਲੀ ਜਿਹੜੇ ਬੱਚਿਆਂ ਦੀ ਏਜ 18 ਸਾਲ ਤੋਂ ਘੱਟ ਹੁੰਦੀ ਹੈ, ਉਹਨਾਂ ਦੇ ਪਾਲਣ ਪੋਸ਼ਣ ਦਾ ਖਰਚਾ ਜਿਹੜਾ ਚੁੱਕਣ ਵਾਸਤੇ ਫੈਮਲੀਜ਼ ਨੂੰ ਇਹ ਰਾਹਤ ਗੌਰਮੈਂਟ ਵੱਲੋਂ ਦਿੱਤੀ ਜਾਂਦੀ ਆ। ਜਿਹੜੇ ਕੈਨੇਡਾ ਚਾਈਲਡ ਬੈਨੀਫਿਟ ਨੇ, ਇਹਨਾਂ ਵਿੱਚ ਕਈ ਵਾਰੀ ਚਾਈਲਡ ਡਿਸੇਬਿਲਿਟੀ ਬੈਨੀਫਿਟ ਤੇ ਕਈ ਪ੍ਰੋਵਿੰਸ਼ੀਅਲ ਔਰ ਟੈਰੀਟੋਰੀਅਲ ਜਿਹੜੇ ਪ੍ਰੋਗਰਾਮਸ ਆ, ਉਹਨਾਂ ਦੇ ਬੈਨੀਫਿਟ ਵੀ ਇਨਕਲੂਡ ਕੀਤੇ ਜਾਂਦੇ ਨੇ।
ਜਦੋਂ ਵੀ ਕੋਈ ਨਵੀਂ ਫੈਮਿਲੀ ਕੈਨੇਡਾ ਵਿੱਚ ਆਉਂਦੀ ਆ ਤੇ ਉਹਨਾਂ ਦੇ ਨਾਲ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਹੁੰਦੇ ਨੇ ਔਰ ਸਾਡੀਆਂ ਆਰਗੇਨਾਈਜੇਸ਼ਨ ਵਿੱਚ ਜਾਂ ਕਿਸੇ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ 'ਚ ਤੁਸੀਂ ਜਾਂਦੇ ਆ ਤੁਹਾਨੂੰ ਆਲਵੇਜ਼ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਜੇ ਤੁਸੀਂ ਨਹੀਂ ਇਹ ਬੈਨੀਫਿਟ ਅਪਲਾਈ ਕੀਤੇ ਤੁਸੀਂ ਕਰ ਸਕਦੇ ਆ ਤਾਂ ਕਿ ਤੁਹਾਨੂੰ ਥੋੜਾ ਬਹੁਤਾ ਜਿਹੜਾ ਆ ਮੰਥਲੀ ਬੈਨੀਫਿਟ ਦਾ ਬਿਗਨਿੰਗ ਵੀ ਆਉਣਾ ਸ਼ੁਰੂ ਹੋ ਜਾਂਦਾ ਜਿਹੜਾ ਟਿਲ ਦੀ ਏਜ ਆਫ 18 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਮਿਲਦਾ ਰਹਿੰਦਾ ਆ ਇਹਨੂੰ ਅਪਲਾਈ ਕਰਨ ਵਾਸਤੇ ਤੁਸੀਂ ਜਿਹੜਾ ਵਾ ਜਿਹੜੀ CRA ਦੀ ਵੈਬਸਾਈਟ ਤੋਂ ਵੀ ਇਹਦੀ ਇਨਫੋਰਮੇਸ਼ਨ ਲੈ ਸਕਦੇ ਆ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹਨਾਂ ਤੋਂ ਵੀ ਇਹਨਾਂ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਤੁਹਾਨੂੰ ਜਦੋਂ ਨਿਊ ਬੋਰਨ ਬੇਬੀ ਪੈਦਾ ਹੁੰਦੇ ਨੇ ਉਹਨਾਂ ਦੇ ਬਰਥ ਰਜਿਸਟ੍ਰੇਸ਼ਨ ਦੇ ਟਾਈਮ ਤੇ ਵੀ ਜਿਹੜਾ ਆ ਇਹਨਾਂ ਦੀ ਇਹ ਬੈਨੀਫਿਟ ਨੂੰ ਅਪਲਾਈ ਕੀਤਾ ਜਾ ਸਕਦਾ ਆ ਪਰ ਜਦੋਂ ਨਿਊ ਕਮਰਸ ਆਉਂਦੇ ਨੇ ਉਹ ਆਣ ਕੇ ਫਿਰ ਇਹਨਾਂ ਬੈਨੀਫਿਟਸ ਵਾਸਤੇ ਅਪਲਾਈ ਕਰ ਸਕਦੇ ਆ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਆਪਣਾ ਪ੍ਰੂਫ ਆਫ ਇਮੀਗ੍ਰੇਸ਼ਨ ਸਟੇਟਸ ਦੱਸਣਾ ਪੈਂਦਾ ਆ ਜਿਹੜਾ ਬੱਚੇ ਹੁੰਦੇ ਨੇ ਉਹਨਾਂ ਦਾ ਬਰਥ ਸਰਟੀਫਿਕੇਟ ਵੀ ਦੇਣਾ ਹੁੰਦਾ ਜੇ ਉਹ ਬੱਚੇ ਕੈਨੇਡਾ ਤੋਂ ਬਾਹਰ ਪੈਦਾ ਹੋਏ ਹੁੰਦੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਟੈਕਸੇਸ਼ਨ ਸਿਸਟਮ ਵੀ ਹੈਗਾ ਟੈਕਸ ਜਿਹੜਾ ਬਹੁਤ ਜ਼ਰੂਰੀ ਆ ਇਹਦੇ ਨਾਲ ਕੀ ਹੁੰਦਾ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਗਵਰਨਮੈਂਟ ਜਿਹੜੀਆਂ ਨੇ ਉਹ ਇੰਡੀਵਿਜੂਅਲਸ ਤੇ ਕੰਪਨੀਜ਼ ਤੋਂ ਡਿਫਰੈਂਟ ਰੇਟ ਦੇ ਨਾਲ ਜਿਹੜਾ ਟੈਕਸ ਕਲੈਕਟ ਕਰਦੀਆਂ ਨੇ ਫਿਰ ਜਿਹੜੀ ਗਵਰਨਮੈਂਟਸ ਆ ਉਸ ਕਲੈਕਟ ਕੀਤੇ ਹੋਏ ਟੈਕਸ ਮਨੀ ਤੋਂ ਜਿਹੜੀਆਂ ਆਪਣੀਆਂ ਰੋਡਸ ਆ ਸਕੂਲਸ ਨੇ ਹੈਲਥ ਕੇਅਰ ਸਿਸਟਮ ਆ ਤੇ ਕੰਟਰੀ ਦੀ ਇਕਨੋਮਿਕ ਡਿਵੈਲਪਮੈਂਟ ਜਿਹੜੀਆਂ ਨੇ ਉਹ ਕਰਦੀਆਂ ਨੇ ਜਿਹੜੀਆਂ ਕਾਮਨ ਟਾਈਪ ਆਫ ਟੈਕਸਸ ਨੇ ਉਹ ਹੈਗੇ ਨੇ ਇਨਕਮ ਟੈਕਸ ਸੇਲਸ ਟੈਕਸ ਪ੍ਰੋਪਰਟੀ ਟੈਕਸ ਦੇ ਜਿਹੜੇ ਬਿਜ਼ਨੈਸਿਸ ਹੁੰਦੇ ਨੇ ਉਹਨਾਂ ਦੇ ਬਿਜ਼ਨਸ ਟੈਕਸ ਲੱਗਦੇ ਨੇ ਇਨਕਮ ਟੈਕਸ ਜਿਹੜਾ ਹੈਗਾ ਉਹ ਕੈਨੇਡਾ ਰੈਵਨਿਊ ਏਜੰਸੀ ਕਲੈਕਟ ਕਰਦੀ ਹੈ ਸੇਲਸ ਟੈਕਸ ਜਿਹੜਾ ਆ ਉਹ ਡਿਫਰੈਂਟ ਪ੍ਰੋਵਿੰਸਿਸ ਦਾ ਡਿਫਰੈਂਟ ਹੈਗਾ ਆ ਜਿਹੜੀਆਂ ontario ਆ ਇੱਥੇ ਜਿਹੜਾ ਹਾਰਮੋਨਾਈਜ਼ ਸੇਲਸ ਟੈਕਸ ਜਿਹਨੂੰ HST ਕਹਿੰਦੇ ਨੇ ਇਹ 13% ਆ ਇਹਦੇ ਵਿੱਚ 8% ਜਿਹੜਾ ਆ ਉਹ HST ਜਿਹੜਾ ਪ੍ਰੋਵਿੰਸ ਗਵਰਨਮੈਂਟ ਨੂੰ ਉਹਦਾ ਸ਼ੇਅਰ ਜਾਂਦਾ ਤੇ 5% ਉਹਦਾ ਸ਼ੇਅਰ ਜਿਹੜਾ ਫੈਡਰਲ ਗਵਰਨਮੈਂਟ ਨੂੰ GST ਦੇ ਅੰਦਰ ਚਲੇ ਜਾਂਦਾ ਆ ਇਸ ਤਰ੍ਹਾਂ ਜਿਹੜਾ ਟੈਕਸ ਕਲੈਕਟ ਹੁੰਦਾ ਆ ਉਹ ਜਿਹੜੀਆਂ ਗਵਰਨਮੈਂਟਸ ਦੇ ਲੈਵਲ ਦੇ ਉੱਤੇ ਉਹਨੂੰ ਉਹ ਡਿਸਟ੍ਰੀਬਿਊਟ ਕਰਕੇ ਜਿਹੜੇ ਟੈਰੀਟੋਰੀਅਲ ਪ੍ਰੋਵਿੰਸ਼ੀਅਲ ਤੇ ਫੈਡਰਲ ਗਵਰਨਮੈਂਟ ਦਾ ਜਿਹੜਾ ਸਾਰਾ ਢਾਂਚਾ ਹੈ ਉਹਨੂੰ ਚਲਾਇਆ ਜਾਂਦਾ ਇਹ ਜਿੰਨੀ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਰਮੀਨਾ ਜੀ ਨੇ ਤੇ ਮੈਂ ਵੀ ਇਹ ਅਸੀਂ ਜਿਹੜੇ ਆਪਾਂ ਸੋਰਸਸ ਡਿਸਪਲੇ ਕਰ ਰਹੇ ਹਾਂ ਇਹਨਾਂ ਤੋਂ ਇਹ ਜਾਣਕਾਰੀ ਲਈ ਸੀ ਸਾਡੇ PCHS ਦੀ ਵੈਬਸਾਈਟ ਤੋਂ ontarioimmigration.ca ਦੀ ਵੈਬਸਾਈਟ ਤੇ ਤੁਸੀਂ ਜਾ ਸਕਦੇ ਆ ਇਸੇ ਤਰ੍ਹਾਂ canada.ca ਦੀ ਵੈਬਸਾਈਟ ਤੇ ਜਾ ਸਕਦੇ ਆ settlement.org ਬਹੁਤ ਹੀ ਇੱਕ ਇਨਫੋਰਮੇਸ਼ਨ ਜਾਣਕਾਰੀ ਭਰਪੂਰ ਵੈਬਸਾਈਟ ਆ ਇਸੇ ਤਰ੍ਹਾਂ servicecanada.gc.ca ਦੀ ਵੈਬਸਾਈਟ ਤੇ ਗਵਰਨਮੈਂਟ ਨਾਲ ਰਿਲੇਟਡ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਆ ਸਰਵਿਸ ontario ਦੀ ਵੈਬਸਾਈਟ ਤੋਂ ਜਾ ਕੇ ontario ਦੇ ਨਾਲ ਰਿਲੇਟਡ ਜਾਣਕਾਰੀ ਤੁਹਾਨੂੰ ਗਵਰਨਮੈਂਟ ਦੀ ਮਿਲ ਜਾਂਦੀ ਹੈ immigrationpeer.ca ਦੀ ਵੈਬਸਾਈਟ ਤੋਂ ਬਹੁਤ ਸਾਰੇ ਲੋਕਲ ਰਿਸੋਰਸਸ ਦੀ ਜਾਣਕਾਰੀ ਹੈਗੀ ਆ orientation to ontario workbook ਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਜੇ ਤੁਸੀਂ ontario ਦੇ ਪ੍ਰੋਵਿੰਸ ਵਿੱਚ ਸੂਬੇ ਚ ਆਣ ਕੇ ਵਸਣਾ ਆ ਤੇ ਉਹ ਵੀ ਤੁਹਾਨੂੰ ਮਿਲ ਜਾਂਦੀ ਹੈ ਸੋ ਇਹ ਤੁਸੀਂ ਇਹਨਾਂ ਨੂੰ ਨੋਟ ਵੀ ਕਰ ਸਕਦੇ ਆ ਜਿਸ ਤਰ੍ਹਾਂ ਰਮੀਨਾ ਜੀ ਨੇ ਬਿਗਨਿੰਗ ਵਿੱਚ ਦੱਸਿਆ ਸੀ ਵੀ ਇਹ ਜਿਹੜੀ ਸੈਸ਼ਨ ਆ ਇਹ ਜ਼ਿਆਦਾ ਬੈਨੀਫੀਸ਼ੀਅਲ ਨੇ ਪ੍ਰੀ ਅਰਾਈਵਲ ਲੋਕਾਂ ਵਾਸਤੇ ਜਿਹੜੇ ਲੋਕ ਕੈਨੇਡਾ ਵਿੱਚ ਆਉਣ ਦੇ ਚਾਹਵਾਨ ਆ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਆ ਜਾਂ ਉਹ ਉਮੀਦ ਕਰ ਰਹੇ ਆ ਵੀ ਉਹਨਾਂ ਨੇ ਕੈਨੇਡਾ ਵਿੱਚ ਜਾ ਕੇ ਵਸਣਾ ਆ ਉਹਨਾਂ ਵਾਸਤੇ ਇਹ ਸਾਰੀ ਜਾਣਕਾਰੀ ਬਹੁਤ ਹੀ ਲਾਹੇਵੰਦ ਹੁੰਦੀ ਹੈ ਤਾਂ ਕਿ ਜਦੋਂ ਤੁਸੀਂ ਇੱਥੇ ਪਹੁੰਚਦੇ ਆ ਆਣ ਕੇ ਤੁਹਾਡੀ ਸੈਟਲਮੈਂਟ ਜਿਹੜੀ ਕੈਨੇਡਾ ਵਿੱਚ ਇੱਕ ਨਵੇਂ ਮੁਲਕ ਦੇ ਵਿੱਚ ਆ ਉਹ ਥੋੜੀ ਸੌਖੀ ਹੋ ਜਾਂਦੀ ਹੈ
ਤੁਹਾਡਾ ਸਾਡੇ ਅੱਜ ਦੇ ਸੈਸ਼ਨ ਨੂੰ ਅਟੈਂਡ ਕਰਨ ਵਿੱਚ ਬਹੁਤ ਬਹੁਤ ਧੰਨਵਾਦ ਆ। ਅਸੀਂ ਇਹ ਉਪਰਾਲਾ ਸਾਡੀ ਆਰਗੇਨਾਈਜੇਸ਼ਨ ਨੇ ਕੀਤਾ ਆ ਵੀ ਅਸੀਂ ਜਿਹੜੇ ਲੋਕ ਕੈਨੇਡਾ ਵਿੱਚ ਨਵਾਂ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰੀ ਅਰਾਈਵਲ ਆਉਣ ਤੋਂ ਪਹਿਲਾਂ ਹੀ ਕੁਝ ਜਾਣਕਾਰੀ ਦੇ ਦਈਏ ਤਾਂ ਕਿ ਜਦੋਂ ਤੁਸੀਂ ਕੈਨੇਡਾ ਵਿੱਚ ਆ ਜਾਓ, ਇਸ ਪ੍ਰੋਵਿੰਸ ਵਿੱਚ ਆ ਜਾਓ, ontario ਵਿੱਚ ਆ ਜਾਓ, ਤੁਹਾਡਾ ਜਿਹੜਾ ਮੁਰਬ ਸੇਵਾ ਸੈਟਲਮੈਂਟ ਆ ਥੋੜੀ ਸੌਖੀ ਹੋ ਸਕੇ। ਅਸੀਂ ਇਹ ਜਿਹੜੇ ਸੈਸ਼ਨ ਆ ਹਰ 2 ਹਫ਼ਤੇ ਬਾਅਦ ਡਿਫਰੈਂਟ ਟਾਪਿਕਸ ਦੇ ਉੱਤੇ ਤੁਹਾਡੇ ਨਾਲ ਸਾਂਝੇ ਕਰਿਆ ਕਰਾਂਗੇ। ਜਿਹੜਾ ਸਾਡਾ ਨੈਕਸਟ ਸੈਸ਼ਨ ਆ ਉਹ ਅਗਲੇ 2 ਵੀਕ ਬਾਅਦ ਫਿਰ ਵੈਨਸਡੇ ਨੂੰ ਹੋਵੇਗਾ, ਅਗਸਤ 19 ਨੂੰ, ਤੇ ਉਹਦੇ ਵਿੱਚ ਟਾਪਿਕ ਹੋਵੇਗਾ ਸੋਸ਼ਲ ਇੰਸ਼ੋਰੈਂਸ ਨੰਬਰ, ਡਰਾਈਵਰ ਲਾਇਸੈਂਸ ਤੇ ਹੈਲਥ ਕਾਰਡ। ਇਹ ਕਿਵੇਂ ਲੈਣੇ ਨੇ, ਇਹਨਾਂ ਦੀ ਕੀ ਇੰਪੋਰਟੈਂਸ ਆ ਤੇ ਇਹਨਾਂ ਦੇ ਨਾਲ ਤੁਹਾਨੂੰ ਕੀ ਬੈਨੀਫਿਟਸ ਹੁੰਦੇ ਆ ਜਦੋਂ ਤੁਸੀਂ ਕੈਨੇਡਾ ਵਿੱਚ ਆਉਂਦੇ ਹੋ। ਥੈਂਕ ਯੂ ਇੱਕ ਵਾਰੀ ਫੇਰ ਮੇਰੇ ਵੱਲੋਂ, ਰਮੀਨਾ ਵੱਲੋਂ, ਗੁਰਨੂਰ ਵੱਲੋਂ ਤੇ ਸਾਡੀ ਸਾਰੀ PCHS ਦੀ ਟੀਮ ਵੱਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਸਵਾਗਤ ਹੈ। ਤੁਸੀਂ ਅੱਜ ਦਾ ਸੈਸ਼ਨ ਅਟੈਂਡ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਅਗਲੇ ਸਾਡੇ ਆਉਣ ਵਾਲੇ ਸੈਸ਼ਨ ਵੀ ਇਸੇ ਤਰ੍ਹਾਂ ਅਟੈਂਡ ਕਰੋਗੇ। ਹੁਣ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ ਆ ਤੁਸੀਂ ਚੈਟ ਬਾਕਸ ਦੇ ਵਿੱਚ ਟਾਈਪ ਕਰ ਸਕਦੇ ਆ ਤੇ ਸਾਡੇ ਜਿਹੜੇ ਟੀਮ ਹੈ ਉਹ ਤੁਹਾਡੇ ਕੁਐਸਚਨਸ ਨੂੰ ਆਨਸਰ ਕਰੂਗੀ। ਜੇ ਫਿਰ ਵੀ ਕੋਈ ਤੁਹਾਨੂੰ ਫਰਦਰ ਜ਼ਿਆਦਾ ਡੀਟੇਲ ਵਿੱਚ ਜਾਣਕਾਰੀ ਚਾਹੀਦੀ ਹੋਵੇਗੀ, ਨੈਕਸਟ ਸਲਾਈਡ ਦੇ ਵਿੱਚ ਸਾਡੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਆਰਗੇਨਾਈਜੇਸ਼ਨ ਦੀ, ਸਾਡਾ ਕੰਟੈਕਟ ਨੰਬਰ ਹੈਗਾ ਆ, ਈਮੇਲ ਐਡਰੈਸ ਹੈਗਾ ਆ, ਤੁਸੀਂ ਉਹਦੇ ਉੱਤੇ ਸਾਨੂੰ ਈਮੇਲ ਵੀ ਕਰ ਸਕਦੇ ਆ, ਕਾਲ ਵੀ ਕਰ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਔਨ ਟਾਈਮਲੀ ਮੈਨਰ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੀਏ। once again thank you very much from our panel ਤੇ ਅਗਰ ਤੁਹਾਨੂੰ ਹੁਣ ਕੋਈ ਸਵਾਲ ਹੈਗਾ ਤੁਸੀਂ ਸਾਨੂੰ ਪੁੱਛ ਸਕਦੇ। ਥੈਂਕ ਯੂ ਜੀ। ਹਾਂਜੀ ਰਮੀਨਾ ਜੀ। ਥੈਂਕ ਯੂ ਵੈਰੀ ਮਚ ਐਵਰੀਬਡੀ, ਤੁਸੀਂ ਸਾਨੂੰ ਅੱਜ ਜੁਆਇਨ ਕੀਤਾ ਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਅਗਲੇ 2 ਹਫ਼ਤਿਆਂ ਬਾਅਦ ਜਿਹੜਾ ਸੈਸ਼ਨ ਹੈਗਾ ਹੈ, ਜਿੱਦਾਂ ਕਿ ਪਲਵਿੰਦਰ ਜੀ ਨੇ ਦੱਸਿਆ, ਅਗਸਤ 19 ਨੂੰ, ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਉਸ ਸੈਸ਼ਨ ਵਿੱਚ ਵੀ ਜੁਆਇਨ ਕਰੋਗੇ। ਤੇ ਕੋਈ ਵੀ ਤੁਹਾਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਹੋਵੇ, ਕੋਈ ਟੌਪਿਕ ਤੁਹਾਡੇ ਇੰਟਰਸਟ ਵਿੱਚ ਹੋਣ ਜਿਹਦੇ ਬਾਰੇ ਤੁਸੀਂ ਇਨਫੋਰਮੇਸ਼ਨ ਰਾਬਤਾ ਕਰਨਾ ਚਾਹੁੰਦੇ ਹੋ, ਤੁਸੀਂ ਸਾਨੂੰ ਚੈਟ ਬਾਕਸ ਵਿੱਚ ਵੀ ਦੱਸ ਸਕਦੇ ਹੋ ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਅਗੇਨ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਅੱਜ ਸਾਡੇ ਸੈਸ਼ਨ ਵਿੱਚ ਆਏ। ਸਤਿ ਸ਼੍ਰੀ ਅਕਾਲ ਜੀ। ਰਾਈਟ, ਗੁਰਨੂਰ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਤੁਹਾਡੇ ਟੈਕਨੀਕਲ ਸਪੋਰਟ ਕਰਨ ਦਾ, ਐਡਮਿਨ ਸਪੋਰਟ ਕਰਨ ਦਾ। ਆਈ ਥਿੰਕ ਅੱਜ ਦਾ ਸੈਸ਼ਨ ਜਿਹੜਾ ਉਹ ਤੁਹਾਡੀ ਹੈਲਪ ਦੇ ਨਾਲ I think we have done successfully. Thank you. Thank you. So we can wait for the questions.